अपने विद्वानां नूं संभिया नहीं जी। एक दुखांत है, बिल्कुल सही है, वड्डा एक दुखांत मेरी कौम दा भी हीरे जिहड़े आए कौडियां दे भाव तुलदे फिरदे आ। सिੱਖੀ ਨਿਗਾਰ ਵਿੱਚ ਚਲ ਗਈ ਔਰ ਸਿੱਖੀ ਤੋਂ ਮੁਨਕਰ ਹੋ ਕੇ ਦੂਸਰੇ ਧਰਮਾਂ ਦੇ ਵਿੱਚ ਲੋਕ ਜਿਹੜੇ ਆ ਉਹ ਜਾ ਰਹੇ ਆ। ਪਰ ਅਸੀਂ ਆਪਣੇ ਆਪ ਨੂੰ ਇੱਕ ਦੂਜੇ ਦੇ ਗਲ 'ਚ ਹਾਰ ਪਾਈ ਜਾਂਦੇ ਆ। ਅਵਾਰਡ ਅਸੀਂ ਆਪ ਹੀ ਦਿੰਦੇ ਆ। ਜਦੋਂ ਬੇਅਦਬੀ ਕਾਂਡ ਹੋਇਆ ਉਹਦੇ ਵਿੱਚ ਮੈਂ ਰਿਜ਼ਾਈਨ ਕੀਤਾ ਜੀ, ਕੋਈ ਚੰਗਾ ਨਹੀਂ ਲੱਗਾ ਕੁਝ ਜੀ। मैं ਉਹਦਾ ਮੰਜਾ ਚੁੱਕ ਕੇ ਤੇ ਥਾਣੇ ਦੇ ਮੂਹਰੇ ਰੱਖਤਾ। ਹਾਲੇ ਕਿ ਮੈਂ ਵੀ ਅਕਾਲੀ ਦਲ ਨਾਲ ਸੰਬੰਧਿਤ ਸੀ। ਜਿਹੜੇ ਸੰਬੰਧਿਤ ਲੀਡਰ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ, ਸਾਡੀ ਸਰਕਾਰ ਦੇ ਖਿਲਾਫ ਮੁਰਦਾਬਾਦ। ਗਲਤ ਗੱਲਾਂ ਦੇ ਵਿਰੁੱਧ ਆਵਾਜ਼ ਉਠਾ ਕੇ ਮੈਨੂੰ ਪਤਾ ਮੈਂ ਪੂਰੀ ਜ਼ਿੰਮੇਵਾਰੀ ਦੇ ਨਾਲ ਇਹ ਗੱਲਾਂ ਕਰ ਰਿਹਾ ਵੀ ਇਹ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਸੁਣਨੀਆਂ। ਜੀ 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 ਜੀ। ਪਰ ਮੈਨੂੰ ਕੋਈ ਕੱਲ ਨੂੰ ਕਹਿ ਵੀ ਸਕਦਾ ਕਿੱਦਾਂ ਹੋਈ ਸੀ। ਭਾਜੀ ਮੈਂ ਇੱਕ ਗੱਲ ਕਹਾਂਗਾ ਵੀ ਸਾਡੇ ਜਿਹੜੇ ਬੁਲਾਰੇ ਨਾ ਜੀ, ਮੈਂ ਵੀ ਵਿੱਚੇ ਹੁੰਦਾ, ਅਸੀਂ ਚਾਪਲੂਸ ਬਹੁਤ ਬਣ ਗਏ। ਜਿਸ ਡੇਰੇ ਜਾਣੇ ਜਿਸ ਬਾਬੇ ਦੇ ਬਸ ਦੇ ਵਿੱਚ ਬਾਬੇ ਵੀ ਚਾਪਲੂਸ ਹੋ ਗਏ। ਹਾਂਜੀ। ਸੋਹਣ ਸਿੰਘ ਸੀਤਲ ਜੀ, ਬੱਚਿਆਂ ਨੇ ਆਖਿਆ ਬਾਪੂ 2-2 ਰੁਪਏ 1-1 ਰੁਪਏ ਤੁਹਾਨੂੰ ਲੋਕੀ ਦਿੰਦੇ, ਛੱਡੋ ਹੁਣ ਗੱਲ ਨੂੰ ਜੀ। ਮੈਨੂੰ ਕੋਈ ਵਿਦਵਾਨ ਨੇ ਸੁਣਾਈ ਗੱਲ ਤੇ ਉਹਨਾਂ ਦੇ ਬਜ਼ੁਰਗਾਂ ਦੇ ਅੱਖਾਂ 'ਚ ਅੱਥਰੂ ਆ ਗਏ ਹੁੰਦੇ, ਕਿਹੜੀਆਂ ਗੱਲਾਂ 'ਚ ਪੈ ਗਏ ਤੁਸੀਂ। ਇੱਥੋਂ ਤੇ ਇਹ ਤੇ ਇੱਕ ਰਹਿਮਤ ਆ। ਜੇ ਬੁਲਾਰਾ ਬੋਲਦਾ ਤੇ ਉਹਦੀ ਨਜ਼ਰ ਇਹ ਰਹੀ ਵੀ ਕੌਣ 10 ਰੱਖ ਗਿਆ ਤੇ ਕੌਣ 100 ਰੱਖ ਗਿਆ। ਅਸੀਂ ਕਹਿ ਦਿੰਦੇ ਆ ਕਈ ਵਾਰੀ ਸਾਡੇ ਬੰਦੇ, ਦੇਖੋ ਜੀ ਗਾਉਣ ਵਾਲੇ ਇੰਨੇ ਪੈਸੇ ਲੈ ਲੈਂਦੇ, ਲੈ ਲੈਣ। ਜਿੱਥੇ ਤੁਹਾਨੂੰ ਸੰਗਤ ਨੇ ਰੱਖਿਆ ਉਹਨਾਂ ਨੂੰ ਥੋੜ੍ਹਾ ਰੱਖਿਆ। ਬਿਲਕੁਲ। ਪ੍ਰੋਗਰਾਮ ਹੀਰੇ ਕੌਮ ਦੇ ਦੇਖ ਰਹੀ ਸਾਰੀ ਸੰਗਤ ਦਾ ਮੇਰੇ ਵੱਲੋਂ ਹਾਰਦਿਕ ਸਵਾਗਤ ਹੈ ਜੀ। ਤੇ ਪ੍ਰੋਗਰਾਮ ਹੀਰੇ ਕੌਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਪੰਥ ਦੀਆਂ ਮਹਾਨ ਸ਼ਖਸੀਅਤਾਂ ਨੂੰ ਅਸੀਂ ਟਾਈਮ ਟੂ ਟਾਈਮ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ। ਪੰਜਾਬੀ ਕਵੀਸ਼ਰੀ ਦੇ ਬਾਬਾ ਬੋੜ ਸਰਦਾਰ ਜੋਗਾ ਸਿੰਘ ਜੀ ਜੋਗੀ, ਜਿਨ੍ਹਾਂ ਦੀਆਂ ਪਾਈਆਂ ਹੋਈਆਂ ਪੈੜਾਂ ਯੁੱਗਾਂ ਯੁੱਗਾਂ ਤੱਕ ਇਸ ਦੁਨੀਆ ਦੇ ਉੱਤੇ ਅਮਰ ਰਹਿਣਗੀਆਂ। ਉਹਨਾਂ ਦੀ ਕਵੀਸ਼ਰੀ, ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੀ ਆਵਾਜ਼ ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਦੁਨੀਆ ਦੇ ਉੱਤੇ ਅਮਰ ਰਹੇਗੀ। ਸਰਦਾਰ ਜੋਗਾ ਸਿੰਘ ਜੀ ਜੋਗੀ ਦੇ ਸ਼ਾਗਿਰਦ ਅਸੀਂ ਪਹਿਲਾਂ ਵੀ ਤੁਹਾਨੂੰ ਕਾਫੀ ਮਿਲਵਾਏ ਤੇ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਅੱਜ ਤੁਹਾਨੂੰ ਉਹਨਾਂ ਦੀ ਫੁਲਵਾੜੀ ਦੇ ਵਿੱਚੋਂ ਇੱਕ ਹੋਰ ਸ਼ਾਗਿਰਦ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ, ਜਿਹੜੇ ਬਹੁਤ ਹੀ ਮਹਾਨ ਵਿਦਵਾਨ ਵੀ ਨੇ, ਜਿਨ੍ਹਾਂ ਨੇ ਸਿਰਫ ਕਵੀਸ਼ਰੀ ਦੇ ਨਾਲ ਨਾਲ ਹੋਰ ਵੀ ਬਹੁਤ ਅਹਿਮ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਿਭਾ ਰਹੇ ਨੇ। ਨੰਬਰਦਾਰ ਵੀ ਨੇ, ਬਹੁਤ ਵਧੀਆ ਲਿਖਾਰੀ ਵੀ ਨੇ, ਬਹੁਤ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਨੇ ਔਰ ਬੜਾ ਹੀ ਹਰਮਨ ਪਿਆਰਾ ਪੰਥ ਦਾ ਉਹਨਾਂ ਦਾ ਜਿਹੜਾ ਜੱਥਾ ਹੈ। ਮੇਰੀ ਮੁਰਾਦ ਹੈ ਜੀ ਸਰਦਾਰ ਗੁਰਦਿਆਲ ਸਿੰਘ ਜੀ ਢਿੱਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਪ੍ਰੋਗਰਾਮ ਹੀਰੇ ਕੌਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਹਾਡੀ ਸਾਰੀ ਟੀਮ, ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੈ ਜੀ। ਦਾਸ ਦੇ ਸਿਰ ਮੱਥੇ ਤੇ ਹੈ ਹੈਪੀ ਰਣਦੇਵ ਜੀ, ਤੁਹਾਡੀ ਜਿੰਨੀ ਵੀ ਟੀਮ ਆਈ ਹੈ ਔਰ ਸਾਡੇ ਨਗਰ ਢਿਲਵਾਂ ਦੇ ਵਿੱਚ ਮੈਂ ਹਾਰਦਿਕ ਤੌਰ ਤੇ ਆਪ ਜੀ ਦਾ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕਰਦਾ ਜੀ। ਮਿਹਰਬਾਨੀ ਜੀ। ਜਥੇਦਾਰ ਜੀ, ਵੈਸੇ ਤੇ ਤੁਸੀਂ ਨਾਮ ਦੇ ਨਾਲ ਹੀ ਜੋੜਿਆ ਹੋਇਆ ਢਿਲਵਾਂ, ਤੇ ਢਿਲਵਾਂ ਤੁਹਾਡਾ ਮਤਲਬ, ਇਹਦਾ ਮਤਲਬ ਤੁਹਾਡਾ ਇਹ ਪਿੰਡ ਢਿਲਵਾਂ ਹੈ? ਹਾਂਜੀ, ਸਾਡਾ ਪਿੰਡ ਢਿਲਵਾਂ ਜੀ। ਇਹ ਢਿਲਵਾਂ ਸੰਗਤ ਦੀ ਜਾਣਕਾਰੀ ਲਈ ਦੱਸ ਦਈਏ ਜੀ। ਢਿਲਵਾਂ ਜਿਹੜਾ ਬਿਆਸ ਦੇ ਨੇੜੇ ਸੁਭਾਨਪੁਰ ਦੇ ਜਲੰਧਰ ਤੋਂ ਅੰਮ੍ਰਿਤਸਰ ਰੋਡ ਤੇ ਢਿਲਵਾਂ ਜਿਹੜਾ ਪੈਂਦਾ, ਉਹ ਜਥੇਦਾਰ ਉਹਨਾਂ ਦਾ ਪਿੰਡ ਹੈ। ਤੇ ਫਿਰ ਤੁਹਾਡਾ ਬਚਪਨ, ਮੁੱਢਲੀ ਪੜ੍ਹਾਈ ਸਾਰਾ ਇੱਥੇ ਹੋਇਆ ਜੀ ਸਾਰਾ ਕੁਝ? ਹਾਂਜੀ, ਮੇਰਾ 1965 ਦੇ ਵਿੱਚ ਜਨਮ ਹੋਇਆ ਇੱਥੇ ਹੀ ਜੀ। ਪਿਤਾ ਸਾਡੇ ਸਰਦਾਰ ਗਿਆਨ ਸਿੰਘ ਜੀ, ਮਾਤਾ ਗੁਰਬਚਨ ਕੌਰ ਜੀ ਜੀ। ਔਰ ਮੈਂ ਮੁੱਢਲੀ ਪੜ੍ਹਾਈ ਜਿਹੜੀ ਹੈ ਇਸੇ ਸਕੂਲ ਦੇ ਵਿੱਚ ਕੀਤੀ ਜੀ। ਤੇ ਮਹਾਨ ਤਪਸਵੀ ਜੀ, ਵਿਦਿਆਦਾਨੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਜੀ, ਜਿਹੜੇ ਇਕੱਲੇ ਹੀ ਖੰਡ ਜਾਪ ਕਰ ਜਾਂਦੇ ਸੀ। ਵਾਹ। ਔਰ ਇਹ ਨੇੜੇ ਉਹਨਾਂ ਦਾ ਗੁਰੂ ਘਰ ਹੈ, ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਜੀ। ਔਰ ਮੈਂ ਉਹਨਾਂ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ। ਛੋਟੇ ਸੀ ਤੇ ਜੀ ਉਹ ਅਕਾਲ ਚਲਾਣਾ ਕਰ ਗਏ
ਉਹਨਾਂ ਤੋਂ ਬਾਅਦ ਸੰਤ ਬਾਬਾ ਅਤਰ ਸਿੰਘ ਜੀ ਇੱਕ ਬਿਹੰਗਮ ਮਹਾਂਪੁਰਖ ਸਾਡੇ ਇਸ ਨਗਰ ਦੇ ਵਿੱਚ ਆਏ ਜੀ। ਤੇ ਉਹਨਾਂ ਨੇ ਬੜਾ ਪਿਆਰ ਦਿੱਤਾ ਬੱਚਿਆਂ ਨੂੰ। ਉਹਨਾਂ ਦੇ ਕੋਲੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਸੰਥਿਆ ਜਿਹੜੀ ਹੈ ਲੜੀਦਾਰ ਸਰੂਪ ਦੇ ਉੱਤੇ ਲਈ। ਇਹ ਪੜ੍ਹਾਈ ਦੌਰਾਨ ਹੀ? ਜੀ ਹਾਂ। ਅੱਛਾ ਜੀ, ਮਤਲਬ ਸ਼ੁਰੂ ਤੋਂ ਹੀ ਤੁਹਾਡਾ ਜਿਹੜਾ ਮਨ ਆ ਉਹ ਇਧਰ ਧਾਰਮਿਕ ਕੰਮਾਂ ਦੇ ਵੱਲ ਜੁੜਿਆ ਜੀ। ਮੈਂ ਮੈਟ੍ਰਿਕ ਤੱਕ ਪੜ੍ਹਾਈ ਕੀਤੀ ਜੀ। ਔਰ ਸ੍ਰੀ ਖੰਡ ਜਾਪ 13 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤਾ ਜੀ। ਕੀ ਬਾਤ ਹੈ ਜੀ। 13 ਸਾਲ ਦੀ ਉਮਰ ਦੇ ਵਿੱਚ ਅਖੰਡ ਜਾਪ ਤੁਸੀਂ ਜੀ ਕੀਤੇ, ਔਰ ਉਸੇ ਦੌਰਾਨ ਤੁਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਵੀ ਲਈ। ਜੀ। ਮਤਲਬ ਸ਼ੁਰੂ ਤੋਂ ਧਰਮ ਦੇ ਨਾਲ ਜਾਂ ਧਾਰਮਿਕ ਵਿਚਾਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਜੀ ਬਿਲਕੁਲ। ਤੇ ਫਿਰ ਇਹ ਕਵੀਸ਼ਰੀ ਦਾ ਸ਼ੌਕ ਤੁਹਾਨੂੰ ਕਦੋਂ ਕੁ ਜਾਗਿਆ? ਦਰਅਸਲ ਮਹਾਨ ਕਵੀਸ਼ਰ ਬਾਬਾ ਬਲੀ ਸਿੰਘ ਗੰਡੀ ਵਿੰਡੀਏ ਜੀ, ਗੁਰਦੁਆਰਾ ਕੋਟ ਸਾਹਿਬ ਸਾਡੇ ਨਗਰ ਦੇ ਵਿੱਚ ਹੈ, 6ਵੇਂ ਪਾਤਸ਼ਾਹ ਦਾ ਸਥਾਨ, ਉੱਥੇ ਉਹਨਾਂ ਦਾ ਰਹਿਣ ਬਸੇਰਾ ਸੀ ਜੀ। ਉਹਨਾਂ ਦੇ ਕੋਲੋਂ ਜਦੋਂ ਅਸੀਂ ਛੋਟੇ ਹੁੰਦੇ ਕਵਿਤਾਵਾਂ ਸੁਣਦੇ ਸੀ ਜੀ, ਬੜਾ ਆਨੰਦਿਤ ਮਨ ਹੁੰਦਾ ਸੀ। ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਸ਼ਾਗਿਰਦ ਜੀ, ਔਰ ਜਿਹੜੇ ਵਰਲਡ ਫੇਮਸ ਹੋਏ ਜੀ, ਕਵੀਸ਼ਰੀ ਦੇ ਬਾਬਾ ਬੋੜ ਬਾਬਾ ਜੋਗੀ ਜੀ, ਜੀ, ਉਹਨਾਂ ਦਾ ਸਾਡੇ ਇਸ ਨਗਰ ਦੇ ਵਿੱਚ ਆਉਣ ਜਾਣ ਬਣਿਆ ਵੀ। ਤੇ ਉਹਨਾਂ ਨੂੰ ਫਿਰ ਉਸਤਾਦ ਧਾਰਿਆ। ਜੀ, ਜੀ, ਜੀ। ਔਰ ਕਿਹੜੀ ਉਮਰ ਦੀ ਗੱਲ ਹੈ ਜੀ? ਇਹ ਲਗਭਗ 1982 ਦੇ ਵਿੱਚ। ਜੀ, ਜੀ। 65 ਤੇ 570 10 ਤੇ ਮਤਲਬ ਛੋਟੀ ਉਮਰ ਚ ਛੋਟੀ ਉਮਰ ਚ। ਹਾਂਜੀ ਜੀ, ਜੀ, ਜੀ। 1982 ਵਿੱਚ ਸ੍ਰੀ ਗੁਰੂ ਸਿੰਘ ਸਭਾ ਇੱਥੇ ਬਣੀ, ਮੈਨੂੰ ਜਨਰਲ ਸਕੱਤਰ ਚੁਣਿਆ ਗਿਆ ਛੋਟੀ ਉਮਰ ਦੇ ਵਿੱਚ। ਅੱਛਾ ਜੀ। ਬਹੁਤ ਛੋਟੀ ਉਮਰ ਦੇ ਵਿੱਚ ਹੀ ਵੱਡੀਆਂ ਜਿਹੜੀਆਂ ਚਲੋ ਜ਼ਿੰਮੇਵਾਰੀਆਂ ਤੁਸੀਂ। ਪਰਮੇਸ਼ਰ ਦੀ ਕਿਰਪਾ ਸਾਰੀ ਜੀ। ਜੀ, ਜੀ। ਅੱਛਾ ਜੀ, ਜਦੋਂ ਜੋਗਾ ਸਿੰਘ ਜੋਗੀ ਹੋਣਾ ਦੇ ਜੱਥੇ ਤੁਸੀਂ ਆਏ 82 ਚ, ਉਸ ਸਮੇਂ ਫਿਰ ਕਿਹੜੇ ਹੋਰ ਦੂਜੇ ਸਿੰਘ ਕਿਹੜੇ ਸੀਗੇ ਨਾਲ? ਤੇ ਇੱਥੋਂ ਹੀ ਸਿੰਘ ਸੀ ਭਾਈ ਨਰਿੰਦਰ ਸਿੰਘ ਜੀ, ਬਲਵਿੰਦਰ ਸਿੰਘ, ਜੀ। ਇੱਕ ਸੁਖਵਿੰਦਰ ਸਿੰਘ ਜੀ। ਤੇ ਭਾਈ ਸੁਖਵਿੰਦਰ ਸਿੰਘ ਹੋਰੀ ਤੇ ਉਹ ਅਕਾਲ ਚਲਾਣਾ ਕਰ ਗਏ। ਤੇ ਉਹਨਾਂ ਦੇ ਬਜ਼ੁਰਗ ਦੇ ਨਾਲ ਜੋਗੀ ਸਾਹਿਬ ਦਾ ਬਹੁਤ ਪਿਆਰ ਸੀ, ਸਰਦਾਰ ਗੁਰਚਰਨ ਸਿੰਘ ਹੋਰਾਂ ਦਾ। ਜੀ। ਔਰ ਉਹਨਾਂ ਦੀ ਮਾਰਫਤ ਅਸੀਂ ਫਿਰ ਇਹਨਾਂ ਦੇ ਨੇੜੇ ਹੋਏ। ਨਹੀਂ, ਇਹ ਸਾਰੇ ਤੁਹਾਡੇ ਨਗਰ ਦੇ ਹੀ ਸੀਗੇ? ਜੀ ਹਾਂ। ਅੱਛਾ ਜੀ। ਹਾਂਜੀ ਹਾਂਜੀ। ਨਹੀਂ, ਇਹ ਜਿਹੜੀ 82 ਦੇ ਵਿੱਚ ਤੇ ਜੋਗਾ ਸਿੰਘ ਜੋਗੀ ਹੋਣਾ ਦੀ ਬੜੀ ਮਸ਼ਹੂਰ, ਮੇਰੇ ਖਿਆਲ ਗੁਰਮੁਖ ਸਿੰਘ ਐਮਏ, ਦਲਬੀਰ ਸਿੰਘ ਗਿੱਲ ਜੀ, ਸਰਦਾਰਾ ਸਿੰਘ ਜੀ। ਹਾਂਜੀ। 85 ਦੇ ਦਸੰਬਰ ਦੇ ਵਿੱਚ ਮੇਰਾ ਆਨੰਦ ਕਾਰਜ ਹੋਇਆ ਜੀ। ਤੇ ਉਦੋਂ ਸਰਦਾਰਾ ਸਿੰਘ ਸ਼ੌਂਕੀ, ਗੁਰਮੁਖ ਸਿੰਘ ਐਮਏ, ਸਤਨਾਮ ਸਿੰਘ ਲੱਦੇ ਮੁੰਡਿਆ ਜੀ, ਇਹ ਵਿਆਹ ਦੇ ਉੱਤੇ ਕਵੀਸ਼ਰੀ ਕਰਨ ਆਏ। ਵਾਹ, ਤੁਹਾਡੇ ਵਿਆਹ ਤੇ? ਹਾਂਜੀ ਹਾਂਜੀ। ਕੀ ਬਾਤ ਹੈ ਜੀ। ਜੀ। ਮਤਲਬ ਇਹ ਇਹਨਾਂ ਦੀ ਸਰਦਾਰਾ ਸਿੰਘ ਹੋਣਾ ਤੋਂ ਪਹਿਲਾਂ ਤੁਸੀਂ ਸ਼ਾਗਿਰਦੀ ਕੀਤੀ? ਸਰਦਾਰਾ ਸਿੰਘ ਹੋਣਾ ਦੇ ਆਉਣ ਤੋਂ ਪਹਿਲਾਂ? ਨਹੀਂ, ਮੈਂ ਅਸਲ ਦੇ ਵਿੱਚ ਜੋਗੀ ਸਾਹਿਬ ਦੇ ਨਾਲ ਰਿਹਾ ਨਹੀਂ ਨਾਲ। ਜੀ। ਮੈਂ ਕੇਵਲ ਉਹਨਾਂ ਨੂੰ ਉਸਤਾਦ ਧਾਰਿਆ ਜੀ। ਤੇ ਉਹਨਾਂ ਦੇ ਕੋਲੋਂ ਗੁਣ ਸਿੱਖੇ। ਅਕਸਰ ਫਿਰ ਇੱਥੇ ਹੀ ਸਾਡਾ ਉਹਨਾਂ ਦਾ ਰਹਿਣ ਬਸੇਰਾ, ਮੇਰੇ ਕੋਲ ਮੈਨੂੰ ਫਖਰ ਹੈ ਜੀ ਵੀ ਇੰਜ ਕਹਿ ਲਈਏ ਵੀ ਜਿੱਦਾਂ ਗੁੜ ਨੂੰ ਜਿੱਧਰੋਂ ਖਾਈਏ ਉਧਰੋਂ ਮਿੱਠਾ ਲੱਗਦਾ। ਜੋਗੀ ਸਾਹਿਬ ਹਰਫਨ ਮੌਲਾ ਸੀ ਜੀ। ਕਵੀਸ਼ਰ ਬਾਅਦ ਵਿੱਚ ਮੈਂ ਉਹਨਾਂ ਨੂੰ ਕਵਾਂਗਾ, ਪਹਿਲਾਂ ਉਹਨਾਂ ਨੂੰ ਮੈਂ ਫਕਰ ਕਵਾਂਗਾ ਕੋਈ ਜੀ। ਉਹਨਾਂ ਦੀ ਜਿਹੜੀ ਤਸਵੀਰ, ਉਹਨਾਂ ਦੀ ਅੰਦਰੂਨੀ ਜਿਹੜੀ ਖਿੱਚ, ਉਹ ਇੱਕ ਬੜੇ ਪਿਆਰ ਵਾਲੀ ਸੀ। ਉਹ ਜਿੱਦਾਂ ਵੀ ਬੋਲਦੇ ਸੀ ਉਦਾਂ ਹੀ ਸੰਗਤ ਉਹਨੂੰ ਪ੍ਰਵਾਨ ਕਰਦੀ ਸੀ। ਸ਼ਾਇਦ ਮੈਂ ਇਹ ਦਾਅਵੇ ਨਾਲ ਗੱਲ ਕਹਿ ਰਿਹਾ ਵੀ ਮੌਜੂਦਾ ਸਮੇਂ ਦੇ ਜਿੰਨੇ ਵੀ ਕਵੀਸ਼ਰ ਆ, ਜਿਹੜੀਆਂ ਉਹ ਗੱਲਾਂ ਸਟੇਜ ਤੇ ਕਰ ਜਾਂਦੇ ਸੀ, ਜੀ, ਨਹੀਂ ਕੋਈ ਕਰ ਸਕਦਾ। ਉਹਨਾਂ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ। ਉਹ ਵਿਅੰਗ ਦੇ ਵਿੱਚ ਗੱਲ ਕਰਨੀ, ਉਹਦੇ ਵਿੱਚ ਅਰਥ ਗੱਲ ਦਾ ਭਰਪੂਰ ਬਣਦਾ ਸੀ, ਅਰਥਹੀਣ ਨਹੀਂ ਸੀ ਹੁੰਦਾ। ਜੋਗੀ ਸਾਹਿਬ ਮੇਰੇ ਕੋਲ ਅਕਸਰ ਇੱਥੇ ਰਹਿੰਦੇ ਹੁੰਦੇ ਸੀ 4-4 ਦਿਨ। ਅੱਛਾ ਜੀ। ਇੰਜ ਕਹਿ ਲਈਏ ਵੀ ਜਿੱਥੇ ਆਪ ਜੀ ਬੈਠੇ ਹੋ, ਉਹਨਾਂ ਦੀ ਬਦੌਲਤ ਕਹਿੰਦੇ ਵੀ ਨਹੀਂ ਘਰ ਸੂਤ ਨਹੀਂ ਆਉਂਦਾ। ਤੇ ਇਹ ਉਹਨਾਂ ਦਾ ਕਰਕੇ ਸਾਰਾ ਇਹ ਉਹਨਾਂ ਦਾ ਹੋਇਆ। ਇਹ ਸਾਰਾ ਆਸਨ ਉਹਨਾਂ ਦਾ ਸੀ। ਇਹ ਫਿਰ ਇੱਥੇ ਫਲਸ਼ ਬਾਥਰੂਮ ਬਣਾਇਆ ਵੀ ਸਾਰਾ ਤੁਸੀਂ ਆਨੰਦ ਦੇ ਨਾਲ ਇੱਥੇ ਕਰੋ। ਅੱਛਾ, ਇਹ ਜਿਹੜੀ ਇਹਨਾਂ ਨੇ ਇੱਕ ਸਪੈਸ਼ਲ ਬਿਲਡਿੰਗ ਬਣਾਈ ਹੈ, ਸਪੈਸ਼ਲ ਇੱਕ ਛੋਟਾ ਜਿਹਾ ਘਰ ਬਣਾਇਆ, ਇਹ ਜੋਗਾ ਸਿੰਘ ਜੋਗੀ ਹੋਣਾ ਵਾਸਤੇ ਇਹਨਾਂ ਨੇ ਬਣਾਇਆ। ਹਾਂਜੀ ਹਾਂਜੀ। ਮੈਨੂੰ ਆਪਣੇ ਆਪ ਨੂੰ ਫਖਰ ਹੈ ਜੀ ਵੀ ਮੈਂ ਜਦੋਂ ਨਗਰ ਕੌਂਸਲ ਦਾ ਪ੍ਰਧਾਨ, ਮੈਨੂੰ ਪਰਮੇਸ਼ਰ ਨੇ ਕਿਰਪਾ ਕੀਤੀ ਜੀ। ਮੈਂ ਇੱਕ ਵਾਰੀ ਕੌਂਸਲਰ ਤੇ 2 ਵਾਰੀ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਜੀ। ਇੱਕ ਵਾਰੀ 15 ਅਗਸਤ ਨੂੰ ਝੰਡੇ ਦੀ ਰਸਮ ਅਦਾ ਹੋਣੀ ਸੀ ਤੇ ਮੈਂ ਆਪਣੇ ਉਸਤਾਦ ਸਾਹਿਬਾਨ ਨੂੰ ਕਹਿ ਕੇ ਆਇਆ ਵੀ ਤੁਸੀਂ ਆਓ। ਤੇ ਸਾਡੇ ਕਾਰਜ ਸਾਧਕ ਅਫਸਰ ਕਹਿੰਦੇ ਵੀ ਪ੍ਰਧਾਨ ਜੀ ਤੁਸੀਂ ਝੰਡਾ ਸੰਵਿਧਾਨ ਮੁਤਾਬਕ ਤੁਸੀਂ ਲਹਿਰਾਉਣਾ, ਸਲਾਮੀ ਦੇਣੀ ਆ ਪੁਲਿਸ ਨੇ। ਤੇ ਜਿਹਦਾ ਮਨ ਦੇ ਵਿੱਚ ਕੋਈ ਵਲਵਲੇ ਹੁੰਦੇ ਆ, ਕਹਿੰਦੇ ਵੀ ਇਸ਼ਕ ਤੇ ਅਕਲ ਦਾ ਮੇਲ ਨਹੀਂ ਹੁੰਦਾ। ਜਿੱਥੇ ਅਕਲ ਹੈ ਉੱਥੇ ਇਸ਼ਕ ਨਹੀਂ, ਜਿੱਥੇ ਇਸ਼ਕ ਹੈ ਉੱਥੇ ਅਕਲ ਨਹੀਂ। ਤੇ ਇੱਕ ਮਨ ਦੀ ਖਿੱਚ ਸੀ ਮੇਰੇ ਮਨ ਦੇ ਵਿੱਚ ਵੀ ਜੋਗੀ ਸਾਹਿਬ ਸਲਾਮੀ ਲੈਣ। ਜੀ।
ਪਰ ਮੈਂ ਆਪਣੀ ਜਦੋਂ ਧੇੜਿਆ ਰਿਹਾ, ਮੈਂ ਕਿਹਾ ਨਹੀਂ, ਮੇਰੇ ਤੇ ਜੋ ਹੁੰਦਾ ਹੋ ਜਵੇ। ਵੀ ਅੱਜ ਜਿਹੜਾ ਝੰਡਾ ਵਾ ਉਹ ਜੋਗੀ ਸਾਹਿਬ ਚਲਾਉਣਗੇ ਤੇ ਉਹਨੂੰ ਸਲਾਮੀ ਪੁਲਿਸ ਨੇ ਜਿਹੜੇ ਫਿਰ ਦਿੱਤੀ। ਮੈਨੂੰ ਇਸ ਚੀਜ਼ ਦਾ ਬਹੁਤ ਫਖਰ ਹੈ ਵੀ ਮੈਂ ਉਹਨਾਂ ਦੇ ਸ਼ਾਗਿਰਦਾਂ ਦੇ ਵਿੱਚੋਂ ਅਜਿਹਾ ਸ਼ਾਗਿਰਦਾਂ ਜੋਗੀ ਸਾਹਿਬ ਨੇ ਲਹਿਰਾਇਆ ਝੰਡਾ, ਉਹਨਾਂ ਨੇ ਚਲਾਇਆ, ਸਲਾਮੀ ਦਿੱਤੀ। ਔਰ ਅਨੇਕ ਟੂਰਨਾਮੈਂਟ ਹੋਏ ਜਿਹੜੇ ਮੁੱਖ ਮਹਿਮਾਨ ਤੌਰ ਤੇ ਵੀ ਮੈਂ ਅਸੀਂ ਉਹਨਾਂ ਨੂੰ ਇੱਥੇ ਸੱਦੇ ਰਹੇ। ਵਾਹ ਜੀ ਵਾਹ। ਉਹਨਾਂ ਦੇ ਤੁਸੀਂ ਕਾਫੀ ਲਾਡਲੇ ਸ਼ਾਗਿਰਦ ਔਰ ਕਾਫੀ ਤੁਸੀਂ ਉਹਨਾਂ ਦਾ, ਤੁਹਾਨੂੰ ਉਹਨਾਂ ਦੀ ਸੇਵਾ ਕਰਨ ਦਾ ਵੀ ਕਾਫੀ ਮੌਕਾ ਮਿਲਿਆ। ਚਲੋ ਇਹ ਤਾਂ ਪਰਮੇਸ਼ਰ ਨੇ ਕਿਰਪਾ ਕੀਤੀ, ਚਲੋ ਆਪਾਂ ਕੌਣ ਹੁੰਦੇ ਸੇਵਾ ਕਰਨ ਵਾਲੇ ਜੀ। ਅੱਛਾ, ਤੁਸੀਂ ਸਿੰਘ ਸਾਹਿਬ ਦੱਸਿਆ ਉਹਨਾਂ ਦੀ ਸ਼ਾਗਿਰਦੀ ਤੇ ਤੁਸੀਂ ਕੀਤੀ, ਪਰ ਉਹਨਾਂ ਦੇ ਨਾਲ ਤੁਸੀਂ ਪ੍ਰੋਗਰਾਮ ਨਹੀਂ ਲਾਏ ਦਾ ਮਤਲਬ? ਇਹ ਨਹੀਂ, ਪ੍ਰੋਗਰਾਮ ਮੇਰੇ ਖਿਆਲ ਇੱਕ ਦੋ ਗੁਰਮੁਖ ਸਿੰਘ ਨਾਲ ਮਾਗੇ ਵਾਲਾ ਪਿੰਡ ਹੈ, ਉਦੋਂ ਕੋਈ ਸਾਥੀ ਇਹਨਾਂ ਦੇ ਨਹੀਂ ਸੀ ਆਇਆ ਜੀ। ਇੱਕ ਵਾਰੀ ਢਿਲਮਾ ਦਲਬੀਰ ਸਿੰਘ ਦੇ ਨਾਲ ਨਹੀਂ ਸੀ ਕੋਈ ਆਇਆ ਜੀ, ਤੇ ਉਦੋਂ ਥੋੜਾ ਸਮਾਂ ਮੈਂ ਇਹਨਾਂ ਦੇ ਨਾਲ ਬੋਲਿਆ, ਜੀ। ਉਹਦਾ ਨਹੀਂ ਮੈਂ ਇਹਦੇ ਨਾਲ ਨਹੀਂ ਬੋਲਿਆ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਤੇ ਮੇਰੇ ਨਾਲ ਨੇ ਪ੍ਰਸਿੱਧ ਕਵੀਸ਼ਰ ਭਾਈ ਗੁਰਦਿਆਲ ਸਿੰਘ ਜੀ ਢਿਲਵਾਂ। ਅੱਛਾ ਭਾਈ ਸਾਹਿਬ, ਫਿਰ ਜੋਗੀ ਸਾਹਿਬ ਦੇ ਜਥੇ ਦੇ ਨਾਲ ਤੇ ਤੁਸੀਂ ਘੱਟ ਹੀ ਲਾਏ ਪ੍ਰੋਗਰਾਮ, ਤੇ ਫਿਰ ਆਪਣਾ ਜਥਾ ਬਣਾ ਲਿਆ ਤੁਸੀਂ? ਹਾਂਜੀ, ਫਿਰ ਮੈਂ ਆਪਣਾ ਜਥਾ ਬਣਾਇਆ ਜੀ ਉਹਨਾਂ ਦੇ ਨਾਲ। ਫਿਰ ਕਿਹੜੇ ਸਿੰਘ ਸੀਗੇ? ਮੈਂ ਅੱਗੇ ਜ਼ਿਕਰ ਕੀਤਾ, ਉਹਨਾਂ ਸਿੰਘਾਂ ਦਾ ਨਾਮ ਲਿਆ ਜੀ। ਵੀਰ ਨਰਿੰਦਰ ਸਿੰਘ ਜੀ, ਬਲਵਿੰਦਰ ਸਿੰਘ ਜੀ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਜੀ। ਤੋਂ ਅਸੀਂ ਪ੍ਰੋਗਰਾਮ ਕਰਦੇ ਰਹੇ ਜੀ। ਤੇ ਉਸ ਤੋਂ ਇਲਾਵਾ 3 ਕਿਤਾਬਾਂ ਮੈਂ ਛਪਾਈਆਂ ਜੀ। ਅੱਛਾ, ਮੈਂ ਉੱਧਰ ਹੀ ਆ ਰਿਹਾ ਸੀਗਾ, ਲਿਖਦੇ ਵੀ ਹੋ ਤੁਸੀਂ? ਹਾਂਜੀ, ਮੈਂ ਲਗਭਗ ਅਣਛਪੀਆਂ ਕਿਤਾਬਾਂ ਜਿਹੜੀਆਂ 5 ਕਿਤਾਬਾਂ ਹੋਰ ਛਪ ਸਕਦੀਆਂ ਜੀ। ਇੰਨਾ ਮੈਟਰ ਪਿਆ ਤੁਹਾਡੇ ਕੋਲ? ਤੇ ਕਵੀਸ਼ਰੀ ਭਾਈ ਬੋਤਾ ਸਿੰਘ, ਗਰਜਾ ਸਿੰਘ, ਭਾਈ ਸੈਦ ਖਾਨ, ਇਹ ਪ੍ਰਸੰਗ ਜਿਹੜੇ ਕਾਫੀ, ਜਾਬਰ ਖਾਨ, ਤੇ ਮੈਨੂੰ ਖੁਸ਼ੀ ਹੈ ਵੀ ਭਾਈ ਮਹਿਲ ਸਿੰਘ ਹੋਣੀ ਚੰਡੀਗੜ੍ਹ ਵਾਲੇ ਜੀ, ਉਹ ਇਹਨਾਂ ਪ੍ਰਸੰਗਾਂ ਨੂੰ ਰਿਕਾਰਡ ਕਰਾਇਆ ਉਹਨਾਂ ਨੇ, ਬੋਲ ਲਿਖੇ ਹੋਏ ਜਿਹੜੇ। ਜੀ ਹਾਂਜੀ। ਵਾਹ ਜੀ ਵਾਹ। ਅੱਛਾ ਜੀ, ਜੋਗੀ ਸਾਹਿਬ ਦੀ ਜਿਹੜੀ ਤੁਸੀਂ ਸ਼ਾਗਿਰਦੀ ਕੀਤੀ ਹੈ, ਤੁਸੀਂ ਦੱਸਿਆ ਉਹਨਾਂ ਨਾਲ ਰਹੇ ਤੁਸੀਂ ਘੱਟ ਹੋ, ਫਿਰ ਉਹ ਕਿਹੜੇ ਟਾਈਮ ਤੁਹਾਨੂੰ ਜਿਹੜੇ ਦੱਸਦੇ ਸੀਗੇ ਕਵੀਸ਼ਰੀ ਦੇ ਗੁਰ? ਦਰਅਸਲ ਮੇਰੇ ਕੋਲ ਅਕਸਰ ਉਹਨਾਂ ਦਾ ਆਉਣ ਜਾਣ ਇੱਥੇ ਬਣਿਆ ਹੋਇਆ ਹੈਗਾ। ਅੱਛਾ ਜੀ। ਲੰਘਦੇ ਆਉਂਦੇ ਗੁਰਮੁਖ ਸੋਹਣਾ ਨੂੰ ਕਹਿਣਾ ਵੀ ਤੁਸੀਂ ਚੱਲੋ, ਮੈਂ ਗੁਰਦਿਆਲ ਸਿੰਘ ਦੇ ਕੋਲ ਰਹਿਣਾ। ਅੱਛਾ ਅੱਛਾ। ਤੇ ਮੈਨੂੰ ਵੀ ਬੜਾ ਚਾਅ ਹੁੰਦਾ ਸੀ, ਸਾਡੇ ਬੱਚੇ ਜਿਹੜੇ ਆ ਉਹ ਬੜਾ ਚਾਅ ਕਰਦੇ ਸੀ ਬਾਪੂ ਜੀ ਆਏ ਆ ਜੀ। ਤੇ ਇਸ ਕਰਕੇ ਢੋ ਮੇਲਾ ਲਗਭਗ ਬਣਦਾ ਰਿਹਾ। ਇਸੇ ਦੌਰਾਨ ਫਿਰ ਜਿਹੜੀਆਂ ਕਵੀਸ਼ਰੀ ਦੀਆਂ ਬਰੀਕੀਆਂ ਹੁੰਦੀਆਂ, ਜਿਹੜੀ ਕਵੀਸ਼ਰੀ ਦੀ ਛੰਦਬੰਦੀ ਹੁੰਦੀ ਹੈ। ਹਾਂਜੀ 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 ਜੀ। ਕਿਹੜੇ ਛੰਦ 'ਚ ਕਿੰਨੇ ਅੱਖਰ ਹੁੰਦੇ ਆ, ਇਹ ਛੰਦ ਕਿਹੜਾ, ਇਹ ਛੰਦ ਕਿਹੜਾ, ਇਹ ਸਾਰਾ ਤੁਹਾਨੂੰ ਜੋਗੀ ਸਾਹਿਬ ਨੇ ਦੱਸਿਆ? ਦੇਖੋ, ਕਵੀਸ਼ਰੀ ਦੇ ਜਿਹੜੇ ਗੁਣ ਦੱਸਣੇ ਉਹ ਤੇ ਇੱਕ ਵੱਖਰੀ ਗੱਲ ਆ ਜੀ। ਜੋਗੀ ਸਾਹਿਬ ਨੇ ਇੱਕ ਵਾਰੀ ਇੱਥੇ ਬੈਠਿਆਂ ਗੱਲ ਕੀਤੀ ਵੀ ਬੰਦੇ ਨੂੰ ਇਕੱਲਾ ਕਵੀਸ਼ਰੀ ਨਹੀਂ ਹੋਣਾ ਚਾਹੀਦਾ ਜੀ, ਕਵੀਸ਼ਰੀ ਦੇ ਨਾਲ ਇਨਸਾਨੀਅਤ ਵੀ ਹੋਣੀ ਚਾਹੀਦੀ ਹੈ। ਪਹਿਲਾ ਗੁਣ। ਔਰ ਉਹ ਹਰ ਫੀਲਡ ਦਾ ਮਾਹਰ ਹੋਵੇ ਜੀ, ਉਹਨੂੰ ਪਤਾ ਹੋਵੇ ਵੀ ਮੈਂ ਦੁਨੀਆ ਤੇ ਕਿੱਦਾਂ ਵਿਚਰਨਾ, ਉਹ ਰਾਜਨੀਤਿਕ ਵਿੱਚ ਵੀ ਪਰਪੱਕ ਹੋਵੇ, ਸਮਾਜਿਕ ਤੌਰ ਤੇ ਵੀ ਪਰਪੱਕ ਹੋਵੇ। ਔਰ ਇਹੋ ਜਿਹੇ ਗੁਣ ਜਿਹੜੇ ਆ ਬੜੇ ਬਰੀਕੀ ਦੇ ਵਿੱਚ ਉਹ ਦੱਸ ਜਾਂਦੇ ਸੀ। ਬੰਧਨ ਚ ਬੰਦਾ ਤੇ ਖੁਲਾਸਾ ਖੁਦਾ, ਉਹ ਇੱਕ ਮਤਲਬ ਖਲਾਸ, ਮਤਲਬ ਜਿੱਦਾਂ ਕਈ ਵਾਰੀ ਆਪਾਂ ਦੇਖਦੇ ਹਾਂ ਬਹੁਤ ਸਾਰੇ ਜ਼ਮਾਨੇ ਦੇ ਵਿੱਚ ਵੀ ਕੱਟੜਵਾਦ, ਜਨੂਨ ਜੀ, ਉਹ ਉਹਨਾਂ ਦੇ ਵਿੱਚ ਨਹੀਂ ਸੀ। ਉਹ ਇੱਕ ਖੁਲਾਸਾ ਖੁਦਾ ਹੋ ਕੇ ਵਿਚਰਨ ਵਾਲੇ ਇੱਕ, ਮੈਂ ਤਾਂ ਉਹਨਾਂ ਨੂੰ ਇੱਕ ਫਕਰ ਹੀ ਕਹੂੰਗਾ ਵੀ ਉਹ ਇੱਕ ਫਕਰ ਸੀ। ਤੇ ਇਹੋ ਜਿਹੇ ਇਨਸਾਨ ਸ਼ਾਇਦ ਕਿਤੇ ਮਾਵਾਂ ਕੋਈ ਨਾ ਜਨਮ ਦੇਣ। ਬਿਲਕੁਲ ਜੀ। ਉਹਨਾਂ ਦੀ ਜਿਹੜੀ ਲੇਖਣੀ ਆ ਉਹਦੇ ਬਾਰੇ ਤੇ ਬੜੀ ਲੰਮੀ ਚੌੜੀ ਚਰਚਾ ਸੀ, ਪਹਿਲਾਂ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਕੀਤੀ ਆ, ਹੋਰ ਵੀ ਆਪਾਂ ਜਿੰਨੀ ਵੀ ਕਰ ਸਕੀਏ ਉਹਦੇ ਬਾਰੇ। ਕੋਈ ਤੁਸੀਂ ਧਾਰਮਿਕ ਕੱਟੜਤਾ ਦੀ ਗੱਲ ਕੀਤੀ ਹੈ, ਜੁੱਗਾ ਸਿੰਘ ਜੋਗੀ ਹੀ ਸ਼ਾਇਦ ਅਜਿਹੇ ਸਿੱਖ ਪੰਥ ਦੇ ਜਿਹੜੇ ਆਪਾਂ ਕਹਿ ਸਕਦੇ ਆ ਇਤਿਹਾਸਕਾਰ ਨੇ ਜਿਨ੍ਹਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਉਹਨਾਂ ਭਗਵਾਨ ਕ੍ਰਿਸ਼ਨ ਦੇ ਛੰਦ ਵੀ ਲਿਖੇ ਨੇ, ਉਹਨਾਂ ਹਜ਼ਰਤ ਮੁਹੰਮਦ ਸਾਹਿਬ ਦੇ ਛੰਦ ਵੀ ਲਿਖੇ ਨੇ, ਉਹਨਾਂ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ ਵੀ ਲਿਖਿਆ, ਉਹਨਾਂ ਨੇ ਜਿਹੜੇ ਸਾਡੇ ਹੋਰ ਰਸਮੋ ਰਿਵਾਜ ਨੇ, ਜਿਹੜੀਆਂ ਸਾਡੀਆਂ ਔਣਤਾਈਆਂ ਨੇ, ਉਹਨਾਂ ਦੇ ਵਾਸਤੇ ਵੀ ਲਿਖਿਆ। ਸਿੱਖ ਧਰਮ ਦੇ ਬਾਰੇ ਤੇ ਉਹਨਾਂ ਨੇ ਲਿਖਿਆ ਹੀ ਲਿਖਿਆ, ਸਿੱਖ ਧਰਮ ਦੇ ਤੇ ਬਹੁਤ ਜ਼ਿਆਦਾ ਖੋਜ ਉਹਨਾਂ ਨੇ ਕੀਤੀ ਹੈ। ਹਾਲਾਂਕਿ ਉਹਨਾਂ ਨੇ ਸਰਦਾਰ ਸੋਹਣ ਸਿੰਘ ਜੀ ਸ਼ੀਤਲ ਹੋਣਾ ਬਾਰੇ ਕਿਹਾ ਕਿ ਸ਼ੀਤਲ ਹੋਣਾ ਨੇ ਸਭ ਤੋਂ ਜ਼ਿਆਦਾ ਖੋਜ ਕੀਤੀ ਹੈ, ਲੇਕਿਨ ਮੇਰੇ ਖਿਆਲ 'ਚ ਸਰਦਾਰ ਜੋਗਾ ਸਿੰਘ ਜੋਗੀ ਹੋਣਾ ਦੀ ਜਿਹੜੀ ਖੋਜ ਆ ਵੀ ਸ਼ੀਤਲ ਸਾਹਿਬ ਤੋਂ ਘੱਟ ਨਹੀਂ ਕਹਿ ਸਕਦੇ ਆਪਾਂ, ਸ਼ੀਤਲ ਸਾਹਿਬ ਦੇ ਬਰਾਬਰ ਹੀ ਖੋਜ ਕੀਤੀ ਹੈ। ਭਾਜੀ ਬੇਨਤੀ ਆ ਵੀ ਸੋਹਣ ਸਿੰਘ ਸ਼ੀਤਲ, ਦਇਆ ਸਿੰਘ ਦਿਲਬਰ ਜੀ, ਜੋਗਾ ਸਿੰਘ ਜੋਗੀ, ਮੂਲਾ ਸਿੰਘ ਪਾਖਰਪੁਰੀ ਜੀ, ਔਰ ਬਾਬਾ ਮਸਕੀਨ ਜੀ ਜਾਂ ਵਰਤਮਾਨ ਦੇ ਵਿੱਚ ਭਾਈ ਪਿੰਦਰਪਾਲ ਜੀ, ਇਹ ਤਾਂ ਕੋਈ ਰੂਹਾਂ ਆਈਆਂ ਹੋਈਆਂ ਜੀ। ਔਰ ਇਹ ਜਿਉਂ ਬੋਲਣ ਤੇ ਵੇ ਸੁਹਨ, ਇਹ ਪਤਾ ਨਹੀਂ, ਇਹ ਬਖਸ਼ਿਸ਼ ਪਦਾਰਥ ਵਾਹਿਗੁਰੂ ਨੇ ਇਹਨਾਂ ਨੂੰ ਐਸਾ ਬਖਸ਼ਿਸ਼ ਕੀਤਾ ਹੈ। ਅਰਥ, ਧਰਮ, ਕਾਮ, ਮੋਖ, ਇਹ ਚਾਰੇ ਪਦਾਰਥ ਇਹਨਾਂ ਮਨੁੱਖਾਂ ਦੀ ਝੋਲੀ ਦੇ ਵਿੱਚ ਵਾਹਿਗੁਰੂ ਨੇ ਪਾਏ ਸੀ। ਔਰ ਜਿਹੜੇ ਅਮੁੱਖ ਸੀ,
ਤੇ ਵਾਸਤਵ ਵਿੱਚ ਤੁਹਾਡੀ ਗੱਲਾਂ 'ਚੋਂ ਗੱਲ, ਜੀ ਮੇਰੀ ਕੌਮ ਨੇ ਆਪਣੇ ਵਿਦਵਾਨਾਂ ਨੂੰ ਸਾਂਭਿਆ ਨਹੀਂ। ਜੀ ਇੱਕ ਦੁਖਾਂਤ ਹੈ, ਬਿਲਕੁਲ ਸਹੀ ਹੈ। ਵੱਡਾ ਇੱਕ ਦੁਖਾਂਤ ਮੇਰੀ ਕੌਮ ਦਾ, ਵੀ ਹੀਰੇ ਜਿਹੜੇ ਆਏ ਕੌਡੀਆਂ ਦੇ ਭਾਅ ਤੁਲਦੇ ਫਿਰਦੇ ਆ। ਇਹ ਰਿਐਲਿਟੀ ਆ। ਤੁਸੀਂ ਬੜੇ ਸਾਊ ਦੂਰਅੰਦੇਸ਼ੀ ਹੋ ਜੀ, ਔਰ ਮੇਰੀ ਗੱਲ ਦੇ ਨਾਲ ਮੇਰੇ ਖਿਆਲ ਤੁਸੀਂ ਸਹਿਮਤ ਹੋਵੋਗੇ ਜੀ ਵੀ ਮੇਰੀ ਕੌਮ ਨੂੰ ਸਾਂਭਿਆ ਨਹੀਂ। ਸ਼੍ਰੋਮਣੀ ਕਮੇਟੀ ਨੇ ਸਾਂਭਣਾ ਸੀ। ਬੜੇ ਲੋਕ ਸਾਡੇ ਤੇ ਜਦੋਂ ਅਸੀਂ ਕਿਤੇ ਸਟੇਜਾਂ ਤੇ ਜਾ ਕੇ ਗੱਲ ਕਰਦੇ, ਸਵਾਲ ਕਰਦੇ ਆ ਵੀ ਇੰਨਾ ਪ੍ਰਚਾਰ ਹੋ ਰਿਹਾ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਿੱਖੀ ਕਿੱਧਰ ਨੂੰ ਜਾ ਰਹੀ ਹੈ। ਜਿਹੜੀ ਮੁੱਢਲੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਸੀ, ਦੇਖੋ ਅੱਜ ਵਿਸ਼ਲੇਸ਼ਕ ਲੋਕ ਕਹਿੰਦੇ ਆ ਵੀ ਮਾਝੇ ਦੀ ਧਰਤੀ ਬਹਾਦਰਾਂ ਦੀ ਧਰਤੀ ਆ। ਜੀ ਮੈਂ ਕਿਸੇ ਧਰਮ ਦੀ ਤੋਹੀਨ ਨਹੀਂ ਕਰਨੀ ਚਾਹੁੰਦਾ, ਸਾਰੇ ਧਰਮ ਮੁਬਾਰਕਬਾਦ ਸਤਿਕਾਰਯੋਗ ਹੈ ਜੀ, ਉਹਨਾਂ ਦੀ ਨਹੀਂ ਗੱਲ, ਸਾਡੀ ਆਪਣੀ ਗੱਲ ਆ। ਜੀ ਅੱਜ ਦੇ ਵਰਤਮਾਨ ਸਮੇਂ ਦੇ ਵਿੱਚ ਸਿੱਖੀ ਨਿਘਾਰ ਵਿੱਚ ਚਲ ਗਈ ਔਰ ਸਿੱਖੀ ਤੋਂ ਮੁਨਕਰ ਹੋ ਕੇ ਦੂਸਰੇ ਧਰਮਾਂ ਦੇ ਵਿੱਚ ਲੋਕ ਜਿਹੜੇ ਆ ਉਹ ਜਾ ਰਹੇ ਆ। ਬਿਲਕੁਲ। ਔਰ 14,000 ਪੰਜਾਬ ਦਾ ਪਿੰਡ ਆ ਜੀ, ਕੀ ਸ਼੍ਰੋਮਣੀ ਕਮੇਟੀ ਕੋ ਵੱਡਾ ਬਜਟ ਆ ਔਰ ਇਹ ਪਿੰਡਾਂ ਦੀ ਨਿਸ਼ਾਨਦੇਹੀ ਨਹੀਂ ਕਰ ਸਕਦੀ ਕਿਹੜਾ ਸਿੱਖ ਪਰਿਵਾਰ, ਚਲੋ ਹੁੰਦਾ ਮਨੁੱਖਤਾ ਸਾਰੀ ਹੈ, ਪਰ ਇੰਨਾ ਹੀ ਲੱਗ ਲੈਣਾ ਵੀ ਸਿੱਖ ਪਰਿਵਾਰ ਕਿਹੜਾ ਰੋਜੀ ਰੋਟੀ ਤੋਂ ਤਰਸ ਰਿਹਾ, ਉਹਦੀ ਮਾਲੀ ਹਾਲਤ, ਆਰਥਿਕ ਹਾਲਤ ਕੀ ਹੈ, ਉਹਦੇ ਕੋਲ ਕੁੱਲਾ ਹੈ, ਜੁੱਲਾ ਹੈ, ਕੀ ਹੈ। ਮੈਂ ਦਿਖਾ ਸਕਦਾ ਆਪਣੇ ਨਗਰਾਂ ਦੀ ਦਾਸਤਾਨ, ਉਹਨਾਂ ਦੀ ਕੋਈ ਵਾਲੀ ਵਾਰਸ ਨਹੀਂ, ਉਹਨਾਂ ਦਾ ਕੋਈ। ਮੈਂ ਤੁਹਾਡਾ ਇਸ਼ਾਰਾ ਸਮਝ ਰਿਹਾ ਔਰ ਇਹ ਬੜੀ ਤਗੜੀ ਤਰਾਸਦੀ ਹੈ। ਚਲੋ ਆਪਾਂ ਕਿਸੇ ਧਰਮ ਦਾ ਨਾਂ ਨਹੀਂ ਲੈਂਦੇ, ਲੇਕਿਨ ਜਿਹੜੀ ਤੁਹਾਡੀ ਗੱਲ ਤੋਂ ਇਸ਼ਾਰਾ ਇਹ ਨਿਕਲਿਆ ਕਿ ਜਿਹੜੇ ਗਰੀਬ ਸਿੱਖ ਨੇ ਕੁਝ ਪੈਸਿਆਂ ਦੀ ਖਾਤਰ ਵੀ ਧਰਮ ਪਰਿਵਰਤਨ ਹੋ ਰਿਹਾ ਹੈ ਸਿੱਖ ਧਰਮ ਦੇ ਵਿੱਚ। ਰੋਟੀ ਚਾਹੀਦੀ ਨਾ ਸਭ ਨੂੰ, ਬਿਲਕੁਲ, ਪ੍ਰਸ਼ਾਦਾ ਤਾਂ ਚਾਹੀਦਾ ਨਾ। ਪੈਸੇ ਦੇ ਲਾਲਚ ਦੇ ਵਿੱਚ ਉਹਨਾਂ ਨੂੰ ਕੁਝ ਪੈਸੇ ਦੇ ਕੇ ਉਹਨਾਂ ਦਾ ਧਰਮ ਪਰਿਵਰਤਨ ਕੀਤਾ। ਬਿਲਕੁਲ ਬਿਲਕੁਲ ਸੱਚ। ਔਰ ਜਿਹੜਾ ਸ਼੍ਰੋਮਣੀ ਕਮੇਟੀ ਜਿਹੜੇ ਕੰਮ ਲਈ ਸਥਾਪਿਤ ਕੀਤੀ ਗਈ ਸੀ, ਮੇਰੇ ਖਿਆਲ ਉਸ ਉਦੇਸ਼ ਤੋਂ ਪਿੱਛੇ ਭਟਕ ਗਈ, ਬਹੁਤ ਪਿੱਛੇ ਭਟਕ ਵੀ ਗਈ ਆ, ਬਹੁਤ ਪਿੱਛੇ ਹੈ ਨਾ। ਰਿਐਲਿਟੀ ਇਹ ਦਿਸ ਟਰੂ, ਇਹ ਸੱਚ ਆ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਜੀ ਜੀ ਜੀ। ਔਰ ਜਿਵੇਂ ਇਹਨਾਂ ਨੇ ਹੀਰਿਆਂ ਨੂੰ ਸਾਂਭਣ ਦੀ ਗੱਲ ਕੀਤੀ ਹੈ ਜੀ, ਜਿਹੜੇ ਜਿੰਨੇ ਵੀ ਸਤਿਕਾਰਯੋਗ ਸਾਡੇ ਸਿੱਖ ਪੰਥ ਦੇ ਖੋਜੀ ਹੋਏ ਨੇ ਵੱਡੇ ਵੱਡੇ, ਉਹਨਾਂ ਨੂੰ ਉਹ ਮਾਣ ਸਤਿਕਾਰ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ ਸੀ। ਦੇਖੋ ਤੁਸੀਂ ਵੀ ਕੋਈ 6 ਮਹੀਨੇ ਸਪੈਸ਼ਲ ਪ੍ਰੋਗਰਾਮ ਰੱਖ ਲੈਣ ਢਾਡੀਆਂ ਕਵੀਸ਼ਰਾਂ ਦਾ ਵੀ ਇਸ ਬੰਦੇ ਨੂੰ ਅਵਾਰਡ ਦੇਣਾ ਜੀ। ਸਾਡੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਸ਼ਰੀ ਸਭਾ ਬਹੁਤ ਹੀ ਲਾਮਿਸਾਲ ਕੰਮ ਕਰ ਰਹੀ ਹੈ ਜੀ, ਕਵੀਸ਼ਰਾਂ ਦੀ ਸਭਾ ਬਣਾਈ ਹੈ ਜੀ, ਪਰ ਅਸੀਂ ਆਪਣੇ ਆਪ ਨੂੰ ਇੱਕ ਦੂਜੇ ਦੇ ਗਲ 'ਚ ਹਾਰ ਪਾਈ ਜਾਂਦੇ ਆ। ਅਵਾਰਡ ਅਸੀਂ ਆਪ ਹੀ ਦਿੰਦੇ ਆ, ਆਪ ਹੀ ਦਿੰਦੇ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਵੀਰਾਂ ਦਾ, ਉਹ ਸਤਿਕਾਰ ਕਰਦੇ ਆ, ਪਰ ਜੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਨੇ ਇੱਕ ਪੰਥਕ ਨੁਮਾਇੰਦੀ ਜਿਹੜੀ ਜਮਾਤ ਆ ਉਹਨੇ ਸਾਨੂੰ ਸਤਿਕਾਰ ਕਰਨਾ, ਉਹ ਇੱਕ ਵੱਖਰਾ ਗੱਲ ਆ। ਇਹ ਤਾਂ ਅਸੀਂ ਆਪ ਹੀ ਕਰੀ ਜਾਂਦੇ ਨਾ, ਇੱਕ ਦੂਜੇ ਦਾ ਸਤਿਕਾਰ ਕਰ ਦੋ ਵੀ ਕਵੀਸ਼ਰ ਫਲਾਣੇ ਦਾ ਕਰ ਦੋ, ਇਹਦਾ ਕਰ ਦੋ, ਪਰ ਜੋ ਹੋਣਾ ਚਾਹੀਦਾ ਹੋ ਨਹੀਂ ਰਿਹਾ। ਔਰ ਖਾਸ ਕਰਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਜੋਗਾ ਸਿੰਘ ਜੋਗੀ ਹੋਣਾ ਦੇ ਬਾਰੇ ਸਾਡੀ ਗੱਲ ਚੱਲ ਰਹੀ, ਜੋਗਾ ਸਿੰਘ ਜੋਗੀ ਹੋਣਾ ਨੂੰ ਉਹ ਸਤਿਕਾਰ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ। ਬਿਲਕੁਲ, ਖਾਸ ਕਰ ਆਪਾਂ ਆਖਰੀ ਦਿਨਾਂ ਦੀ ਵੀ ਗੱਲ ਕਰੀਏ, ਬਿਲਕੁਲ ਸਹੀ ਗੱਲ ਆ। ਸਰਕਾਰ ਵੱਲੋਂ ਜਾਂ ਕਹਿ ਲਈਏ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਿੱਖ ਪੰਥ ਵੱਲੋਂ, ਇਸੇ ਤਰ੍ਹਾਂ ਹੋਰ ਵੀ ਸਾਡੇ ਬੜੇ ਸਤਿਕਾਰਯੋਗ ਤੁਹਾਡੇ ਆਪਣੇ ਦੁਆਬੇ ਦੇ ਬੜੇ ਪ੍ਰਸਿੱਧ ਕਵੀ ਹੋਏ ਨੇ ਚਰਨ ਸਿੰਘ ਜੀ ਸਫਰੀ, ਜਿਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਸ਼ਬਦਾਵਲੀ ਜਿਹੜੀ ਉਹਨਾਂ ਨੇ ਲਿਖੀ, ਔਰ ਉਹ ਗੀਤ ਜਿਹੜੇ ਨੇ ਕਾਫੀ ਉਹਨਾਂ ਉਸ ਸਮੇਂ ਦੇ ਵਿੱਚ ਨੌਜਵਾਨਾਂ ਸਾਹਿਬਜ਼ਾਦਿਆਂ ਦੀ ਬਾਤ ਉਹਨਾਂ ਨੇ ਪਾਈ, ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ। ਜੀ ਜੀ ਜੀ। ਕਿੱਦਾਂ ਦੇ ਸ਼ਬਦ ਉਹਨਾਂ ਨੇ ਧੁਰ ਦਰਗਾਹੋਂ ਆਏ, ਉਹਨਾਂ ਦੇ ਧੁਰ ਦਰਗਾਹੋਂ ਸ਼ਬਦ ਲਿਖੇ। ਲੇਕਿਨ ਇਹਨਾਂ ਲੋਕਾਂ ਦੀ ਅਸੀਂ ਉਹਨਾਂ ਦੇ ਅੱਜ ਗੀਤ ਸੁਣਦੇ ਹਾਂ, ਲੇਕਿਨ ਉਹ ਸਾਡੇ ਕੋਲੋਂ ਕਿੰਨਾ ਹਾਲਾਤਾਂ ਦੇ ਵਿੱਚ ਵਿਛੜ ਗਏ, ਉਹ ਬੜੀ ਦੁੱਖ ਵਾਲੀ ਗੱਲ ਹੈ। ਬਿਲਕੁਲ ਸੱਚ ਹੈ, ਸੱਚ ਹੈ ਭਾਜੀ, ਬਿਲਕੁਲ ਸੱਚ ਹੈ। ਫਿਰ ਸਿੰਘ ਸਾਹਿਬ ਆਪਣਾ ਹੁਣ ਜਿਹੜਾ ਤੁਹਾਡਾ ਜੱਥਾ, ਇਹ ਤੁਸੀਂ ਸਿੰਘ ਜਿਹੜੇ ਤੁਹਾਡੇ ਨਾਲ ਨੇ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹੀ ਸਿੰਘ ਤੁਹਾਡੇ ਨਾਲ ਅੱਜ ਕੱਲ੍ਹ? ਨਹੀਂ, ਮੇਰੇ ਨਾਲ ਸਿਕੰਦਰ ਸਿੰਘ ਗਾਜੀਵਾਲ ਜੀ, ਗੁਰਪ੍ਰੀਤ ਕੋਮਲ, ਬਹੁਤ ਹੋਣਹਾਰ ਜੋਬਨ ਸਿੰਘ ਸੋਹੀ ਜੀ, ਅਸੀਂ ਪਿੱਛੇ ਜੇ ਟੂਰ ਵੀ ਯੂਰਪ ਦਾ ਲਾ ਕੇ ਆਏ ਹਾਂ ਜੀ।
ਔਰ ਬਹੁਤ ਵਧੀਆ ਵਾ, ਬੜੇ ਮਲਾਪੜੇ ਵਧੀਆ ਵਾ ਸਨ ਜੀ। ਅੱਛਾ, ਕਵੀਸ਼ਰੀ ਥੋੜਾ ਕਵੀਸ਼ਰੀ ਦਾ ਟ੍ਰੈਂਡ ਚੇਂਜ ਹੋ ਰਿਹਾ ਅੱਜ ਕੱਲ। ਇੱਕ ਰਵਾਇਤੀ ਕਵੀਸ਼ਰੀ ਸੀਗੀ ਜੇ ਜੋਗਾ ਸਿੰਘ ਜੋਗੀ ਹੋਣਾ ਦੇ ਟਾਈਮ, ਦਲਬੀਰ ਸਿੰਘ ਗਿੱਲ ਹੋਣਾ ਦੇ ਟਾਈਮ, ਉਹ ਇੱਕ ਰਵਾਇਤੀ ਜਾਂ ਇਹ ਕਹਿ ਸਕਦੇ ਹਾਂ ਆਪਾਂ ਇੱਕ ਤਰਜ਼ ਦੇ ਉੱਤੇ ਕਈ ਛੰਦ ਗਾ ਦੇਣੇ ਹਨਾ ਜੀ, ਬਕਾਇਦਾ, ਜਾਂ ਕੋਰੜਾ ਉਹਨੂੰ ਉਸੇ ਲਹਿਰ ਬਹਿਰ ਚ ਬਿਲਕੁਲ ਬਿਲਕੁਲ ਲਹਿਰੀਆ ਲਹਿਰੀਏ ਨੂੰ ਦੁਤਾਰਾ ਜੋ ਵੀ, ਹਾਂਜੀ ਬਿਲਕੁਲ ਬਿਲਕੁਲ। ਇੱਕ ਅੱਜ ਕੱਲ ਟ੍ਰੈਂਡ ਜਿਹੜਾ ਨਵੇਂ ਕਵੀਸ਼ਰਾਂ ਜਾ ਰਿਹਾ, ਇਹਨੂੰ ਕਿਵੇਂ ਲੈਂਦੇ ਹੋ? ਉਹਨਾਂ ਨੂੰ ਮਸ਼ਹੂਰ ਗੀਤਾਂ ਦੀਆਂ ਤਰਜ਼ਾਂ ਲੈ ਕੇ ਉਹ ਨੋਟ ਲਾ ਕੇ ਜਿਹੜਾ ਤੁਸੀਂ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਦੇਖੋ ਭਾਜੀ, ਬੇਨਤੀ ਆ ਵੀ ਕੋਈ ਵੀ ਚੀਜ਼ ਜਦੋਂ ਆਪਣੇ ਮੁੱਢ ਤੋਂ ਟੁੱਟਦੀ ਨਾ ਜੀ, ਉਹ ਬਹੁਤਾ ਚਿਰ ਨਹੀਂ ਰਹਿੰਦੀ ਜੀ। ਅਸੀਂ ਜੋ ਸਾਡੀ ਮਰਜ਼ਾਦਾ ਸੀ ਕਵੀਸ਼ਰੀ ਦੀ ਜੀ, ਉਹ ਤੋਂ ਉਖੜ ਗਏ ਆ, ਇਹਦੇ ਵਿੱਚ ਦੋ ਰਾਵਾਂ ਨਹੀਂ ਗਈਆਂ। ਇਹ ਰਿਐਲਿਟੀ ਸੱਚ ਆ। ਮੇਰੇ ਕਵੀਸ਼ਰ ਭਰਾ ਕਿਤੇ ਕੋਈ ਬੁਰਾ ਨਾ ਮਨਾਵੇ ਜੀ, ਕਿਉਂਕਿ ਉਹਨਾਂ ਨੂੰ ਲੋਕ ਸੁਣਦੇ ਆ, ਧੰਨਵਾਦ ਆ, ਬਹੁਤ ਸਤਿਕਾਰਯੋਗ ਸਾਰੇ। ਪਰ ਜਦੋਂ ਅਸੀਂ ਆਪਣੇ ਸਿਧਾਂਤ ਤੋਂ ਟੁੱਟ ਜਾਈਏ ਜੀ, ਤੇ ਬਹੁਤਾ ਲੰਮਾ ਸਮਾਂ ਨਹੀਂ ਗੱਲ ਚੱਲਦੀ ਹੁੰਦੀ। ਇਹ ਜਿਹੜੀਆਂ ਤਰਜ਼ਾਂ ਜਾਂ ਵਿੱਚ ਮਿਕਸ ਕੋਈ ਚੀਜ਼ ਕਰਨੀ, ਇਹ ਸਾਡਾ ਨਹੀਂ ਕੰਮ ਅਸਲ 'ਚ। ਸਾਡਾ ਤੇ ਕਵੀਸ਼ਰੀ ਦਾ ਹੀ ਰੂਪ ਬੋਲਣਾ ਸੀ। ਔਰ ਕਵੀਸ਼ਰੀ ਦੇ ਆਸ਼ਕ ਬਹੁਤ ਸਾਰੇ ਲੋਕ ਆ, ਇਹ ਨਹੀਂ ਵੀ ਆਸ਼ਕ ਸੁਣਦੇ ਨਹੀਂ। ਬਹੁਤ ਮਤਲਬ ਕਵੀਸ਼ਰੀ ਜਿਹੜੀ ਆ ਬਿਨਾਂ ਸਾਜ਼ਾਂ ਤੋਂ ਹਿੱਕ ਦੇ ਜ਼ੋਰ ਨਾਲ ਗਾਉਣਾ, ਪ੍ਰਵਚਨ ਆਪਣੇ ਕਰਨੇ, ਇੱਕ ਵੱਖਰਾ ਜਿਹਾ ਸਵਾਦ ਹੈ ਇਹਦਾ। ਬਿਲਕੁਲ ਹੈ ਨਾ, ਬੜੇ ਆਨੰਦਿਤ ਲੋਕ ਹੁੰਦੇ ਆ। ਸਾਨੂੰ ਅੱਜ ਕਵੀਸ਼ਰੀ ਭਾਈਚਾਰੇ ਨੂੰ ਸਭ ਲੋਕ ਸੁਣਦੇ ਆ, ਦੂਰ ਦਰਾਡੇ ਸੁਣਦੇ ਆ। ਅਕਸਰ ਉਹ ਕਵੀਸ਼ਰੀ ਦੇ ਆਸ਼ਕ ਤਾਂ ਸੁਣਦੇ ਨਾ। ਬਿਲਕੁਲ ਸੁਣਦੇ। ਤੇ ਤੁਸੀਂ ਫਿਰ ਰਵਾਇਤੀ ਜਿਹੜੀ ਤੁਹਾਡੇ ਉਹਨੂੰ ਕਾਇਮ ਰੱਖਿਆ ਹੋਇਆ? ਬਿਲਕੁਲ ਰਵਾਇਤੀ ਰੱਖਿਆ ਹੈ। ਦੋਸਤੋ, ਸਾਡੇ ਨਾਲ ਨੇ ਪ੍ਰਸਿੱਧ ਕਵੀਸ਼ਰ ਗੁਰਦਿਆਲ ਸਿੰਘ ਜੀ ਢਿਲਵਾਂ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਮੇਰੇ ਨਾਲ ਨੇ ਗੁਰਦਿਆਲ ਸਿੰਘ ਜੀ ਢਿਲਵਾਂ, ਪ੍ਰਸਿੱਧ ਕਵੀਸ਼ਰ, ਤੇ ਅਸੀਂ ਬੈਠੇ ਹਾਂ ਢਿਲਵਾਂ ਪਿੰਡ ਦੇ ਵਿੱਚ। ਸਿੰਘ ਸਾਹਿਬ, ਫਿਰ ਕਿੱਥੇ ਕੁ ਤੱਕ ਸੇਵਾ ਜਿਹੜੀ ਤੁਸੀਂ ਦੁਨੀਆ ਦੇ ਮਤਲਬ ਬਾਹਰਲੇ ਦੇਸ਼ਾਂ ਦੇ ਕਿੱਥੇ ਕਿੱਥੇ ਤੱਕ ਕਰਕੇ ਆਏ ਹੋ ਕਵੀਸ਼ਰੀ ਦੇ ਵਿੱਚ? ਮੈਂ ਭਾਜੀ ਇੰਗਲੈਂਡ ਲਗਭਗ 7 ਵਾਰੀ ਗਿਆ ਜੀ। ਇਸ ਤੋਂ ਇਲਾਵਾ ਕੈਨੇਡਾ ਜੀ, ਤੇ ਯੂਰਪ ਲਗਭਗ ਸਾਰਾ ਘੁੰਮਿਆ। ਯੂਰਪ ਸਾਰਾ ਘੁੰਮਿਆ? ਹਾਂਜੀ। ਅਮਰੀਕਾ ਨਹੀਂ ਗਏ? ਨਹੀਂ, ਅਮਰੀਕਾ 'ਚ ਨਹੀਂ ਗਿਆ ਜੀ। ਠੀਕ ਹੈ ਜੀ। ਤੇ ਇੱਥੇ ਫਿਰ ਪ੍ਰੋਗਰਾਮਾਂ ਦਾ ਕਿਵੇਂ ਜੇ ਹੁਣ ਅੱਜ ਕੱਲ ਚੱਲ ਰਿਹਾ ਗੁਰਮਤਿ ਸਮਾਗਮ? ਹਾਂਜੀ, ਚੱਲ ਰਹੇ ਆ ਤੁਹਾਡੇ ਹਾਂ। ਆ ਲੋਕਡਾਊਨ ਹੋਣ ਦਾ ਕਰਕੇ ਥੋੜੇ ਜਿਹੇ ਬੰਦ ਹੋਏ, ਨਹੀਂ ਤੇ ਲਗਭਗ ਚੱਲਦਾ ਸਭ। ਉਹੀ ਮੈਂ ਸਵਾਲ ਉਹੀ ਕਰਨ ਲੱਗਾ ਸੀਗਾ ਕਿ ਲੋਕਡਾਊਨ ਦਾ ਜਿਵੇਂ ਬਾਕੀ ਪੰਜਾਬੀ ਕਲਾਕਾਰਾਂ ਦੇ ਤੇ ਬਹੁਤ ਅਸਰ ਪਿਆ, ਕਵੀਸ਼ਰੀ ਤੇ ਵੀ ਅਸਰ ਪਿਆ ਇਹਦਾ ਕੋਈ ਤੁਹਾਡੇ ਪ੍ਰੋਗਰਾਮਾਂ ਤੇ? ਬਹੁਤ। ਦੇਖੋ, ਇਹ ਤਾਂ ਹਰ ਫੀਲਡ ਵਿੱਚ ਪਿਆ ਇਹਦਾ ਜੀ। ਹਰ ਫੀਲਡ ਦੇ ਵਿੱਚ ਇਹਦਾ ਲੋਕਡਾਊਨ ਦਾ ਜਿਹੜਾ ਵਾ, ਕਰੋਨਾ ਮਹਾਮਾਰੀ ਆ, ਵਾਹਿਗੁਰੂ ਕਿਰਪਾ ਕਰੇ ਜੀ, ਸਭ ਵਿਸ਼ਵ ਸ਼ਾਂਤੀ ਹੋਵੇ, ਪਰਮੇਸ਼ਰ ਕਿਰਪਾ ਕਰੇ। ਸਿੱਖ ਤਾਂ ਰੋਜ਼ ਅਰਦਾਸ ਕਰਦਾ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਰ ਬੰਦੇ ਨੂੰ ਦੁਖੀ ਕੀਤਾ ਹੈ, ਦੁਖੀ ਕੀਤਾ ਹੋਇਆ। ਅੱਛਾ ਸਿੰਘ ਸਾਹਿਬ, ਫਿਰ ਲਿਖਣਾ ਤੁਸੀਂ ਕਦੋਂ, ਜਿਹੜੀ ਕਵੀਸ਼ਰੀ ਦੀ ਬਕਾਇਦਾ ਜਿਹੜੀਆਂ ਤੁਸੀਂ ਕਿਤਾਬਾਂ ਲਿਖੀਆਂ ਨੇ, ਜਾਂ ਉਹ ਕਦੋਂ ਕੁ ਸ਼ੁਰੂ ਕੀਤਾ? ਫਿਰ ਮੈਂ ਲਗਭਗ ਸਨ 84-85 ਤੋਂ ਮੈਂ 2 ਕਿੱਸੇ ਲਿਖ ਦਿੱਤੇ। ਫਿਰ ਇਹ ਬਾਬਾ ਜੀ ਦੀ ਜੀਵਨੀ ਲਿਖ ਦਿੱਤੀ, ਬਾਬਾ ਪ੍ਰਤਾਪ ਸਿੰਘ ਹੋਰਾਂ ਦੀ। ਅੱਛਾ ਜੀ। ਸਾਡੇ 1-2 ਮਹਾਂਪੁਰਖ ਆ ਇੱਥੇ, ਉਹਨਾਂ ਦੀ ਜੀਵਨੀ ਲਿਖ ਦਿੱਤੀ। ਮੈਨੂੰ ਲਿਖਣ ਦਾ ਸ਼ੌਂਕ ਪੈ ਗਿਆ ਮਤਲਬ। ਅੱਛਾ ਜੀ। ਤੇ ਮੈਂ ਲਿਖਦਾ ਗਿਆ, ਕਦੀ ਕਦੀ ਹੁਣ ਵੀ ਲਿਖ ਲਈਦਾ। ਅੱਛਾ ਜੀ। ਹੁਣ ਛਪਿਆ ਲਗਭਗ 5-7 ਕਿਤਾਬਾਂ ਹੁਣ ਵੀ ਆਪਾਂ ਛਪਾ ਸਕਦੇ ਹਾਂ। ਹੁਣ ਮੈਂ ਤਿਆਰ ਕੀਤੀ ਹੈ ਕਿਤਾਬ। ਕਿੰਨੀਆਂ ਕਿਤਾਬਾਂ ਤੁਹਾਡੀਆਂ? 3 ਆ ਜੀ। 3 ਪ੍ਰਿੰਟ ਹੋ ਗਈਆਂ? ਹਾਂਜੀ, ਇੱਕ ਸਿੱਖੀ ਸ਼ਾਨਾ ਸਭ ਤੋਂ ਪਹਿਲਾਂ ਜੀ, ਫਿਰ ਗੱਜ ਦੇ ਸੂਰਮੇ ਜੀ, ਤੇ ਜੌਹਰ ਖਾਲਸੇ। ਜੌਹਰ ਖਾਲਸੇ 3 ਮਾਰਕੀਟ 'ਚ ਆ ਗਈਆਂ ਜੀ। ਤੇ ਜਿਹੜੀਆਂ ਤੁਹਾਡੀਆਂ ਦੂਸਰੀਆਂ ਲਿਖੀਆਂ ਪਈਆਂ ਉਹ ਵੀ ਆ ਰਹੀਆਂ ਬਕਾਇਦਾ? ਹਾਂਜੀ, ਅਖਬਾਰ ਹੈ ਉਹਨਾਂ ਨੂੰ? ਹਾਂਜੀ ਹਾਂਜੀ, ਉਹ ਵੀ ਤਿਆਰ ਹੋਇਆ ਮੈਟਰ ਸਾਰਾ, ਕਰਾਂਗੇ ਛੇਤੀ। ਤੇ ਫਿਰ ਸਿੰਘ ਸਾਹਿਬ, ਕੋਈ ਆਪਣੀ ਰਚਨਾ ਜਿਹੜੀ ਸੰਗਤ ਨਾਲ ਤੁਸੀਂ ਸਾਂਝੀ ਕਰਨੀ ਚਾਹੋ? ਕੋਈ ਗੱਲ ਨਹੀਂ, ਇੱਕ ਅੱਧਾ ਟੱਪਾ ਬੋਲਦੇ ਨੇ, ਉਹ ਤਾਂ ਚਿਰ ਹੋ ਗਿਆ ਬੋਲਦਿਆਂ ਨੂੰ। ਜੀ ਜੀ ਜੀ। ਮਤਲਬ ਸਪੀਚ ਹੀ ਕਰੀਦੀ ਆ ਜੀ। ਸੱਟ ਬਿਰਹੋਂ ਦੀ ਐਸੀ ਲਾ ਦੇ, ਬਾਝੋਂ ਤੇਰੇ ਮਰ ਜਾਵਾਂ। ਜੋਬਨ ਬੇਸ਼ੱਕ ਚਲਿਆ ਜਾਵੇ, ਛੱਡ ਨਾ ਤੇਰਾ ਦਰ ਜਾਵਾਂ। ਜੋਬਨ ਬੇਸ਼ੱਕ ਚਲਿਆ ਜਾਵੇ, ਓ ਸੀ ਚੁਕੇ ਨਾ ਹੋਰ ਕਿਸੇ ਥਾਂ। ਸੀ ਚੁਕੇ ਨਾ ਹੋਰ ਕਿਸੇ ਥਾਂ। ਨਾਨਕ ਦਾ ਦਰਬਾਰ ਦਿਓ, ਸਾਧ ਸੰਗਤ ਦੀ ਧੂੜੀ ਮਿਲ ਜੇ। ਉੱਚੇ ਸ਼ੁਭ ਵਿਚਾਰ ਦਿਓ, ਸਾਧ ਸੰਗਤ ਦੀ ਧੂੜੀ ਮਿਲ ਜੇ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਜਿਹੜੀ ਤਰਜ ਤੁਸੀਂ ਇਸ ਥੋੜੀ ਜਿਹੀ ਬਣਾਈ ਹੈ।
ਰਿਆਜ਼ ਹੁੰਦਾ ਨਹੀਂ, ਥੋੜੀ ਜਿਹੀ ਢਿੱਲ ਮੱਠ ਵੀ ਹੈਗੀ ਹੈ, ਚਲੋ ਖੈਰ। ਨਹੀਂ ਫਿਰ ਵੀ ਹਾਂਜੀ, ਬਹੁਤ ਹਾਂਜੀ, ਚਲੋ। ਖੂਬਸੂਰਤ ਸ਼ਬਦ ਵੀ ਬਹੁਤ ਖੂਬਸੂਰਤ ਨੇ। ਅੱਛਾ ਜੀ, ਫਿਰ ਅੱਜ ਕੱਲ ਜਿਵੇਂ ਚੱਲ ਰਿਹਾ ਕਿ ਕਿਸਾਨੀ ਅੰਦੋਲਨ ਬੜਾ ਸਿਖਰ ਤੇ ਚੱਲ ਰਿਹਾ ਜੀ, ਇਹਦੇ ਬਾਰੇ ਵੀ ਲਿਖਿਆ ਤੁਸੀਂ ਕੁਛ? ਲਿਖਿਆ ਜੀ। ਜੀ, ਉਹ ਵੀ ਸੰਗਤ ਦੇ ਰੂਬਰੂ ਕਰੋ ਜੀ। ਸਾਥੀਆਂ ਨੇ ਬੋਲਿਆ, ਨੈਟ ਤੇ ਚੜਿਆ, ਜੀ। ਉਹਦਾ ਸਿਰਲੇਖ ਹੈ ਵੀ ਚੜ ਪਿਆ ਦੇਸ਼ ਪੰਜਾਬ ਦਿੱਲੀ ਨੂੰ ਸਬਕ ਸਿਖਾਉਣ ਲਈ। ਵਾਹ ਜੀ, ਲਾਓ ਸਟੇਸ਼ਨਾਂ ਉੱਤੇ ਇਸ ਨੂੰ ਚਾਹ ਬਣਾਉਣ ਲਈ। ਮੋਦੀ ਸਾਹਿਬ ਦੀ ਗੱਲ ਲਿਖੀ ਹਾਂਜੀ, ਉਹਨੇ ਹਾਂਜੀ। ਜੀ, ਅੱਛਾ ਤੇ ਉਹ ਕਾਫੀ ਗਾਇਆ ਵਾ। ਅੱਛਾ, ਤੁਹਾਡੇ ਸਾਥੀਆਂ ਨੇ ਗਾਇਆ ਉਹ। ਅੱਛਾ, ਰਿਲੀਜ਼ ਕਰਤਾ ਵਾ। ਹਾਂਜੀ ਹਾਂਜੀ ਹਾਂਜੀ, ਫਿਰ ਮਤਲਬ ਜਿਹੜੇ ਇਹਦਾ ਮਤਲਬ ਤੁਸੀਂ ਇਤਿਹਾਸ ਬਾਰੇ, ਸਿੱਖ ਇਤਿਹਾਸ ਬਾਰੇ ਤੇ ਲਿਖ ਹੀ ਰਹੇ ਹੋ ਹਨਾ, ਨਾਲ ਦੀ ਨਾਲ ਫਿਰ ਜਿਹੜੇ ਕਰੰਟ ਮੁੱਦੇ ਨੇ ਉਹਨਾਂ ਤੇ ਵੀ ਬਕਾਇਦਾ ਲਿਖਦੇ ਰਹਿੰਦੇ ਹੋ? ਹਾਂਜੀ, ਮੈਂ YouTube ਤੇ ਚੜੇ ਆ ਛੰਦ ਜਿਹੜੇ ਗਾਏ ਆ ਸਾਥੀਆਂ ਨੇ ਜੀ। ਜਿੱਦਾਂ ਚੁੰਨੀ ਸਿਰ ਰੱਖ ਭੈਣੇ ਮੇਰੀਏ, ਆਪਣਾ ਮਜ਼ਾਕ ਨਹੀਂ ਉਡਾਈਦਾ, ਵਾਹ। ਮੁੰਡਾ ਸਰਦਾਰਾਂ ਦਾ ਵੇਖੋ ਕੇਸ ਕਟਾਈ ਫਿਰਦਾ, ਪਖੰਡੀ ਬਾਬਾ, ਤੇ ਦਾਜ ਦੇ ਉੱਤੇ, ਨਸ਼ਿਆਂ ਦੇ ਉੱਤੇ ਕਾਫੀ ਕੁਝ ਲਿਖਿਆ ਜੀ। ਵਾਹ ਜੀ ਵਾਹ, ਬਹੁਤ ਖੂਬਸੂਰਤ ਹੈ ਜੀ। ਸੋ ਦੋਸਤੋ, ਸਾਡੇ ਨਾਲ ਨੇ ਪ੍ਰਸਿੱਧ ਕਵੀਸ਼ਰ ਗੁਰਦਿਆਲ ਸਿੰਘ ਜੀ ਢਿੱਲੋਂ। ਮਿਲਦੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅੱਛਾ ਸਿੰਘ ਸਾਹਿਬ, ਤੁਸੀਂ ਦੱਸਿਆ ਕਿ ਜਿਵੇਂ ਜੋਗਾ ਸਿੰਘ ਜੋਗੀ ਜੀ ਤੁਹਾਡੇ ਉਸਤਾਦ ਸਾਹਿਬ ਨੇ, ਔਰ ਜੋਗਾ ਸਿੰਘ ਜੋਗੀ ਜੀ ਦੇ ਉਸਤਾਦ ਗਿਆਨੀ ਬਲੀ ਸਿੰਘ ਜੀ ਜੀ, ਤੁਸੀਂ ਉਹਨਾਂ ਦੇ ਵੀ ਦਰਸ਼ਨ ਕੀਤੇ ਆ? ਉਹ ਵੀ ਤੁਹਾਡੇ ਕੋਲ ਆਉਂਦੇ ਰਹੇ ਆ? ਭਾਜੀ ਉਹ ਕਵੀਸ਼ਰੀ ਬੋਲਦੇ ਸੀ, ਭਾਈ ਬਲੀ ਸੋਹਣੀ, ਤੇ ਨਾਲ ਜਦੋਂ ਅੰਮ੍ਰਿਤ ਸਿੰਘ ਉਹਨਾਂ ਦਾ ਲੜਕਾ ਜਦੋਂ ਕਿਤੇ ਦੋ ਤਾਰਾ ਤੂੰਬਾ ਵਜਾਉਂਦਾ ਸੀ। ਵਾਹ। ਮੈਨੂੰ ਚੇਤਾ ਵਾ ਜਦੋਂ ਗੁਰਮੀਤ ਬਾਵਾ ਤੇ ਨਰਿੰਦਰ ਬੀਬਾ ਵਿਸਾਖੀ ਦੇ ਮੇਲੇ ਤੇ ਢਲਮਾ ਆਈਆਂ। ਅੱਛਾ ਜੀ। ਤੇ ਸਾਡੇ ਲੋਕਾਂ ਨੇ ਬਲੀ ਸਿੰਘ ਹੋਰਾਂ ਨੂੰ ਕਹਿਤਾ ਤੁਸੀਂ ਵੀ ਸਟੇਜ ਤੇ ਬੋਲਣਾ। ਯਕੀਨ ਕਰਕੇ ਜਾਣਿਓ ਜੀ, ਅੱਜ ਉਹ ਸਾਡੇ ਵਿੱਚ ਨਹੀਂ ਜੀ। ਜਦੋਂ ਉਹਨਾਂ ਨੇ ਅੰਮ੍ਰਿਤ ਸਿੰਘ ਨੇ ਤੂੰਬਾ ਵਜਾਇਆ ਤਾਂ ਬੋਲਿਆ ਨਾ, ਕਨ੍ਹਈਆ ਦੁਸ਼ਮਣ ਨੂੰ ਫਿਰੇ ਪਲਮਦਾ ਪਾਣੀ। ਉਸ ਵਕਤ ਜੀ ਲੋਕਾਂ ਨੇ ਆਖਿਆ ਵੀ ਅਸੀਂ ਗੁਰਮੀਤ ਬਾਵਾ ਨੂੰ ਨਹੀਂ ਸੁਣਨਾ, ਪਹਿਲਾਂ ਇਹਨਾਂ ਨੂੰ ਲਾਈ ਰੱਖੋ, ਪਹਿਲਾਂ ਇਹਨਾਂ ਨੂੰ ਰੱਖੋ। ਵਾਹ। ਇਹ ਰਿਐਲਿਟੀ ਸੱਚ ਆ, ਮੇਰੇ ਪਿੰਡ ਦਾ ਇਤਿਹਾਸ ਆ, ਇਹ ਪੁਰਾਣੇ ਬਜ਼ੁਰਗ ਦੱਸ ਸਕਦੇ ਆ। ਤੇ ਜਦੋਂ ਕਿਤੇ ਸੋਨੇ ਲੋਹੇ ਦੀ ਗੱਲ ਕਰਦੇ ਸੀ ਜਾਂ ਕਿਤੇ ਉਹਨਾਂ ਦੇ ਬੜੇ ਅਮੋਲਕ ਉਹਨਾਂ ਦੀਆਂ ਰਚਨਾਵਾਂ ਸੀ, ਜਿੱਥੇ ਉਹਨਾਂ ਨੇ ਵੇਖੋ ਪੁੱਤਰ ਦੀ ਜਦੋਂ ਗੱਲ ਉਹ ਲਿਖਦੇ ਆ ਵੀ ਪੁੱਤਰ ਕੈਸਾ ਚਾਹੀਦਾ ਜੀ। ਉਂਝ ਵੈਸੇ ਨਾ ਸ਼ੇਖ ਸ਼ਾਦੀ ਨੂੰ ਮੈਂ ਪੜ੍ਹ ਰਿਹਾ ਸੀ ਤਾਂ ਉਹ ਕਹਿੰਦਾ ਵੀ ਐ ਖੁਦਾ ਮੈਨੂੰ ਕੁਝ ਨਹੀਂ ਚਾਹੀਦਾ, ਅਗਰ ਜੇ ਤੂੰ ਦੇਣਾ ਹੈ ਆਪਣੇ ਖਜ਼ਾਨੇ ਵਿੱਚੋਂ ਤਾਂ ਉਹ ਦੇਵੀਂ ਜਿਹਦੇ ਵਿੱਚ ਦੁੱਖ ਨਾ ਹੋਵੇ। ਸ਼ੇਖ ਸ਼ਾਦੀ ਜੀ ਬੜਾ ਫਕੀਰ ਹੋਇਆ ਜੀ ਵੀ ਉਹ ਦੇਵੀਂ ਮੈਨੂੰ ਜਿਹਦੇ ਵਿੱਚ ਦੁੱਖ ਨਾ ਹੋਵੇ। ਤੇ ਸਾਡੇ ਇੱਧਰ ਪਾਤਸ਼ਾਹ ਵੀ ਕਹਿੰਦੇ ਆ ਵੀ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ ਦੁਖੀਆ ਚੱਲਿਆ ਰੋਏ। ਤੇ ਸਾਡਾ ਰਹਿਬਰ ਕਹਿੰਦਾ ਵੀ ਨਾਨਕ ਦੁਖੀਆ ਸਭ ਸੰਸਾਰ ਜੀ, ਦੁੱਖਾਂ ਦੀ ਦਾਸਤਾਨ। ਔਰ ਉਹ ਏਡੀ ਵੱਡੀ ਸ਼ੇਖ ਸ਼ਾਦੀ ਦੀ ਗੱਲ ਕਰਦਾ ਵੀ ਪਰਮੇਸ਼ਰ ਮੈਨੂੰ ਕੁਝ ਨਹੀਂ ਚਾਹੀਦਾ, ਜੇ ਤੂੰ ਦੇਣਾ ਮੈਨੂੰ ਤੇ ਉਹ ਦੇਵੀਂ ਜਿਹਦੇ ਵਿੱਚ ਦੁੱਖ ਨਾ ਹੋਵੇ। ਕਈ ਵਾਰੀ ਅਸੀਂ ਪੁੱਤਰ ਦੀ ਡਿਮਾਂਡ ਕਰਦੇ ਹਾਂ, ਉਹਦੇ ਵਿੱਚ ਦੁੱਖ ਹੁੰਦਾ। ਕਈ ਵਾਰੀ ਦੌਲਤ ਮੰਗਦੇ ਹਾਂ, ਉਹਦੇ ਵਿੱਚ ਦੁੱਖ ਹੁੰਦਾ। ਸ਼ੋਹਰਤ ਮੰਗਦੇ, ਉਹਦੇ ਵਿੱਚ ਦੁੱਖ ਹੁੰਦਾ ਹੈ ਜੀ। ਉਹਦੀ ਰਜ਼ਾ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਤੇ ਫਿਰ ਕਹਿੰਦੇ ਵੀ ਸੱਚੇ ਪਾਤਸ਼ਾਹ ਵੀ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਉਹ ਜਦੋਂ ਪੁੱਤਰ ਦੀ ਗੱਲ ਕਰਦੇ ਆ ਬਾਬਾ ਬਲੀ ਸਿੰਘ ਜੀ ਤੇ ਮੈਂ ਉਹਨਾਂ ਨੂੰ ਪੜ੍ਹ ਰਿਹਾ ਸੀ ਜੀ, ਉਹ ਕਹਿੰਦੇ ਪੁੱਤਰ ਹੈ ਸੋਈ ਜਿਹੜਾ ਪਿਤਾ ਦਾ ਅਦਬ ਕਰੇ। ਵਾਹ। ਇਹ ਨਾ ਹੋਵੇ ਵੀ ਪਿਓ ਦੀ ਦਾੜੀ ਫੜੀ ਹੋਵੇ ਤੇ ਪੰਚਾਇਤਾਂ ਹੁੰਦੀਆਂ ਹੁਣ ਜੀ, ਲਾਹਨਤ ਹੈ ਉਸ ਪੁੱਤਰ ਦੀ। ਪੁੱਤਰ ਹੈ ਸੋਈ ਜਿਹੜਾ ਪਿਤਾ ਦਾ ਅਦਬ ਕਰੇ, ਉੱਠ ਕੇ ਸਵੇਰੇ ਪੈਰੀਂ ਹੱਥ ਲਾਏ ਮਾਈ ਦੇ। ਵਾਹ। ਪੁੱਤਰ ਜੰਮੇ ਤੇ ਮਾਪੇ ਖੁਸ਼ੀਆਂ ਧਮਾਨ ਕਰਨ, ਵੰਡਦੇ ਨੇ ਲੋਹੜੀ ਖੁਸ਼ੀ ਵਿੱਚ ਨਹੀਂ ਸਮਾਈ ਦੇ। ਵਾਹ। ਦੇਖੋ ਕੈਸਾ ਅਗਲੇ ਅਲਫਾਜ਼। ਉਹ ਕਹਿੰਦੇ ਵੀ 18 ਸਾਲਾਂ ਤੱਕ ਪਹਿਲਾਂ ਵੇਖਣਾ ਜ਼ਰੂਰ ਚਾਹੀਏ, ਉਹਨਾਂ ਚਿਰ ਵੰਡਣੇ ਪਤਾਸੇ ਵੀ ਨਹੀਂ ਚਾਹੀਦੇ। ਵਾਹ। ਤੇ ਬਲੀ ਸਿੰਘਾ ਖਬਰੇ ਨਲਾਇਕ ਹੀ ਨਿਕਲ ਆਵੇ, ਮੈਂ ਤੇ ਕਹਿੰਦਾ ਮਗਰੋਂ ਹੀ ਪੈਸੇ ਦਵੇ ਦਾਈ ਦੇ। ਵਾਹ। ਮੈਂ ਕਿਹਾ ਬਾਪੂ ਜੀ ਪੈਸੇ ਤੋਂ ਨੇ ਲੈ ਕੇ ਜਾਣਾ। ਇੱਕ ਵਾਰੀ ਗੱਲ ਹੋਈ ਹਾਸੇ ਨਾਲ ਵੀ ਪੈਸੇ ਤੋਂ ਨੇ ਲੈ ਕੇ ਜਾਣੇ ਆ। ਉਹ ਕਹਿੰਦਾ ਇਹ ਬਲਬਲੇ ਹੁੰਦੇ ਆ, ਕੋਈ ਮੰਨੇ ਜਾਂ ਨਾ ਮੰਨੇ, ਅਸੀਂ ਕਹਿਣਾ ਹੀ ਕਹਿ ਦਿੱਤਾ। ਸੋ ਇਹ ਰੂਹਾਂ ਜਿਹੜੀਆਂ ਮੁੜ ਕੇ ਕਿਤੇ ਭਾਜੀ ਆਉਣੀਆਂ। ਉਹਨਾਂ ਦੇ ਕਹਿਣ ਦਾ ਮਤਲਬ ਵੀ 18 ਸਾਲ ਤੋਂ ਬਾਅਦ ਹੀ ਪਤਾ ਲੱਗਦਾ ਵੀ। ਵੇਖਦੇ ਆਪਾਂ ਅੱਜ ਹਾਲਾਤ ਵੇਖਦੇ
85% ਮੈਂ ਇੱਕ ਵਿਸ਼ਲੇਸ਼ਣ ਪੜ੍ਹ ਰਿਹਾ ਸੀ, 85% ਮਾਪੇ ਜੀ ਪੁੱਤਰਾਂ ਤੋਂ ਦੁਖੀ ਔਰ 85% ਮਾਪੇ ਧੀਆਂ ਤੋਂ ਸੁਖੀ। ਧੀਆਂ ਸਾਰ ਲੈਂਦੀਆਂ ਜੀ। ਬਾਕੀ ਅੱਜ ਦੀ ਤਰੀਕ 'ਚ ਕੋਈ ਫਰਕ ਨਹੀਂ ਆ ਧੀ ਪੁੱਤਰ 'ਚ, ਕੋਈ ਫਰਕ ਪਹਿਲਾਂ ਸੀਗਾ। ਵੇਖੋ, ਜੇ ਅੱਜ ਦੀ ਤਰੀਕ ਦੇ ਵਿੱਚ ਕੋਈ ਧੀ ਤੇ ਪੁੱਤ ਵਿੱਚ ਫਰਕ ਰੱਖਦਾ ਨਾ ਜੀ, ਤੇ ਉਹ ਆਪਣੇ ਜਿਹਦਾ ਮਤਲਬ ਸਿੱਖ ਵਾ ਤੋਂ ਸਿੱਖ ਧਰਮ ਦੀ ਕਲਾਸ ਵਿੱਚ ਦਾਖਲਾ ਨਹੀਂ ਲੈ ਸਕਦਾ। ਉਹ ਤੇ ਸਾਡੇ ਸਤਿਗੁਰਾਂ ਨੇ ਜਿੱਥੇ ਪੁੱਤਰ ਦੀ ਗੱਲ ਕੀਤੀ ਉੱਥੇ ਧੀ ਦੀ ਕੀਤੀ। ਸਾਡੇ ਬੜੇ, ਮੈਂ ਪੜ੍ਹ ਰਿਹਾ ਸੀ ਇੱਕ ਵਿਦਵਾਨ ਨੂੰ, ਜਿੱਦਾਂ ਪੁੱਤੀ ਗੰਢ ਪਵੇ ਸੰਸਾਰ ਜੀ, ਪੁੱਤੀ ਬਹੁ ਬਚਨਾ, ਉੱਥੇ ਤੇ ਬਿੰਦੀ ਲਾ ਕੇ ਪੜ੍ਹਨਾ। ਤਾਂ ਪੁੱਤੀ ਤੋਂ ਭਾਵ ਹੈ ਵੀ ਪੁੱਤਰ ਤੇ ਧੀ ਆ। ਜੇ ਕਿਤੇ ਇਕੱਲਾ ਪੁੱਤਰ ਲਿਖਦੇ ਫਿਰ ਤੇ ਸਤਿਗੁਰੂ ਵੀ ਵਨ ਸਾਈਡਡ ਸੀ। ਉੱਥੇ ਪੁੱਤਰ ਤੇ ਧੀ, ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ। ਕਦੇ ਕਦੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਪੁੱਤਰ ਬਾਬਾ ਗੁਰਦਿੱਤਾ ਜਨਮ ਲੈਂਦੇ ਐ ਤੇ ਮਾਤਾ ਗੰਗਾ ਜੀ ਕਹਿੰਦੇ ਆ ਵੇ ਪੁੱਤਰ ਤੇਰੀਆਂ ਜੋੜੀਆਂ ਰਲਣ। ਤੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਹਿੰਦੇ ਮਾਤਾ ਜੋੜੀਆਂ ਵੀ ਰਲਦੀਆਂ ਜਾਣਗੀਆਂ, ਪਹਿਲ ਇੱਕ ਬੇਨਤੀ ਕਰ, ਅਰਦਾਸ ਕਰ ਮੇਰੇ ਘਰ ਵਿੱਚ ਧੀ ਵੀ ਪੈਦਾ ਹੋਵੇ। ਜੀ ਜੀ ਜੀ। ਤੇ ਫਿਰ ਬੀਬੀ ਵੀਰੋ ਨੇ ਜਨਮ ਲਿਆ, ਜਿਹਨੇ ਮਹਾਬਲੀ 5 ਪੁੱਤਰਾਂ ਨੂੰ ਜਨਮ ਦਿੱਤਾ। ਸਾਡਾ ਇਤਿਹਾਸ ਜੀ ਜੀ। ਅੱਛਾ ਜੀ, ਫਿਰ ਕਵੀਸ਼ਰੀ ਦੇ ਨਾਲ ਨਾਲ ਤੁਸੀਂ ਹੋਰ ਜ਼ਿੰਮੇਵਾਰੀਆਂ ਵੀ ਬੜੀਆਂ ਨਿਭਾ ਰਹੇ ਹੋ, ਜਿੰਨਾ ਕਿ ਅਸੀਂ ਜਾਣਦੇ ਹੋ। ਪਿੰਡ ਦੀਆਂ ਜਿਹੜੀਆਂ ਤੁਹਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ, ਵੱਡੇ ਵੱਡੇ ਅਹੁਦਿਆਂ ਤੇ ਤੁਸੀਂ ਰਹੇ ਹੋ ਜੀ, ਉਹ ਫਿਰ ਨਾਲ ਦੀ ਨਾਲ ਕਿਵੇਂ, ਕਿਹੜੇ ਇੱਕ ਤੇ ਤੁਸੀਂ ਮੇਰੇ ਖਿਆਲ ਨੰਬਰਦਾਰ ਹੋ ਜੀ, ਇਹਦੇ ਇਲਾਵਾ ਤੁਸੀਂ ਨਗਰ ਕੌਂਸਲ ਢਿਲਵਾਂ ਦੇ ਪ੍ਰਧਾਨ ਵੀ ਰਹੇ ਹੋ 2 ਵਾਰ। ਜੀ। ਸਾਰਾ ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ? ਦਰਅਸਲ ਭਾਜੀ, ਇਹ ਜਿਹੜੀਆਂ ਜ਼ਿੰਮੇਵਾਰੀਆਂ ਰਾਜਨੀਤਿਕ ਪਿੜ ਦੇ ਵਿੱਚ ਆ ਜੀ, ਮੈਂ ਇਹਦੇ ਅੰਦਰ ਖੁੱਭ ਕੇ ਵੇਖਿਆ, ਬਹੁਤ ਜ਼ਿਆਦਾ ਖੁੱਭ ਕੇ। ਮੈਂ ਸਰਕਲ ਪ੍ਰਧਾਨ ਵੀ ਲਗਭਗ 16 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਜੀ। ਜਦੋਂ ਬੇਅਦਬੀ ਕਾਂਡ ਹੋਇਆ ਉਹਦੇ ਵਿੱਚ ਮੈਂ ਰਿਜ਼ਾਈਨ ਕੀਤਾ ਜੀ। ਕੁਝ ਚੰਗਾ ਨਹੀਂ ਲੱਗਾ ਕੁਝ ਜੀ। ਔਰ ਜਦੋਂ ਰਾਜਨੀਤਿਕ ਲੋਕਾਂ ਦੇ ਅੰਦਰ ਵੜ ਕੇ ਵੇਖੀਦਾ, ਦਿਖਦਾ ਹੀ ਕੱਖ ਨਹੀਂ। ਧਰਮ ਥੱਲੇ ਲਿਲੜੀਆਂ ਕੱਢ ਰਿਹਾ, ਰਾਜਨੀਤੀ ਧਰਮ ਦੇ ਉੱਤੇ ਚੜ ਕੇ ਟੱਪਦੀ ਆ ਔਰ ਲਤਾੜਦੀ ਆ। ਵਾਹਿਗੁਰੂ ਨੇ ਮੈਨੂੰ ਮੇਰੇ ਤੇ ਕਿਰਪਾ ਕੀਤੀ, ਮੇਰਾ ਨੈਟ ਤੇ ਪ੍ਰੋਗਰਾਮ ਚੜ੍ਹਿਆ ਜਦੋਂ ਮੈਂ ਮੇਰਾ ਸਮਾਂ ਪੂਰਾ ਹੋਇਆ ਨਗਰ ਕੌਂਸਲ ਪ੍ਰਧਾਨ ਦਾ ਜੀ। ਰਾਜਨੀਤੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਧਰਮ ਦੇ ਅਧੀਨ ਹੋਣੀ ਚਾਹੀਦੀ ਹੈ ਜੀ। ਵਰਤਮਾਨ ਦੇ ਵਿੱਚ ਮੈਂ ਇੰਨਾ ਕੁਝ ਨਹੀਂ ਕਹੂੰਗਾ ਵੀ ਜੋ ਹਾਲਾਤ ਬਣੇ ਹੋਏ ਆ। ਉਹ ਮੈਂ ਗੱਲ ਕਰ ਰਿਹਾ ਸੀ ਵੀ ਮੈਂ ਜਦੋਂ ਮੇਰਾ ਸਮਾਂ ਪੂਰਾ ਹੋਇਆ ਨਗਰ ਕੌਂਸਲ ਦਾ, ਤੇ ਮੈਂ ਆਪਣੇ ਨਗਰ ਦੇ ਲੋਕਾਂ ਨੂੰ ਸੱਦ ਕੇ ਇੱਕ ਇਕੱਠ ਕੀਤਾ, ਜਿਹੜਾ ਕੁਝ ਚੈਨਲਾਂ ਤੇ ਵੀ ਚੜਿਆ ਹੋਇਆ। ਮੈਂ ਕਿਹਾ ਭਾਈ, ਮੈਂ ਹੁਣ ਅਲਵਿਦਾ ਕਹਿਣ ਲੱਗਾ ਇਸ ਜ਼ਿੰਮੇਵਾਰੀ ਤੋਂ, ਔਰ ਮੇਰੇ ਕੋਲ ਲਗਭਗ 1.25 ਕਿੱਲਾ ਜ਼ਮੀਨ ਆ ਇੱਥੇ ਜੀ। ਔਰ ਮੇਰੇ ਖਾਤੇ ਦੇ ਵਿੱਚ ਜਾਂ ਮੇਰੇ ਕੋਈ ਬਲੈਕ ਮਨੀ ਕੋਈ ਇਹੋ ਜਿਹੀ ਦਿਖਾਲ ਦੇਵੇ, ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਮੇਰੀ ਪ੍ਰੋਪਰਟੀ ਹੈ ਵਗੈਰਾ, ਤਾਂ ਮੈਂ ਜਿਹੜਾ 1.25 ਕਿੱਲਾ ਜ਼ਮੀਨ ਆ ਉਹ ਨਗਰ ਪੰਚਾਇਤ ਦੇ ਨਾਂ ਤੇ ਲਵਾਉਂਗਾ। ਔਰ ਮੈਂ ਵੱਡੇ ਵੱਡੇ ਇਕੱਠਾਂ ਦੇ ਵਿੱਚ ਇਹ ਵੀ ਗੱਲ ਕਹਿੰਦਾ ਰਿਹਾ ਵੀ ਮੈਨੂੰ ਕੋਈ ਦੱਸ ਦੇਵੇ ਮੈਂ ਪੁਲਿਸ ਨੂੰ ਪੈਸਾ ਦਵਾਇਆ ਹੋਵੇ, ਜਾਂ ਮੈਂ ਕਿਸੇ ਬੰਦੇ ਦੇ ਨਾਲ ਹੀ ਤੁਰਿਆ, ਜਾਂ ਮੈਂ ਕਿਸੇ ਨੂੰ ਖੱਜਲ ਕੀਤਾ। ਮੈਂ ਇੱਕ ਦਾਅਵੇ ਦੇ ਨਾਲ ਇਹ ਗੱਲ ਇੱਥੇ ਲੋਕਾਂ ਦੇ ਵਿੱਚ ਅੱਜ ਦੀ ਤਰੀਕ ਵਿੱਚ ਵੀ ਮੈਂ ਬੋਲਦਾ, ਜਦੋਂ ਕਿਤੇ ਕੋਈ ਸਮਾਗਮ ਹੁੰਦਾ, ਮੈਂ ਵਾਹਿਗੁਰੂ ਤੋਂ ਡਰ ਕੇ ਕਹਿੰਦਾ, ਇਹ ਕੋਈ ਮਾਣ ਨਹੀਂ, ਕੋਈ ਮੈਂ ਆਪਣੀ ਕੋਈ ਵਡਿਆਈ ਨਹੀਂ ਇਹ ਗੱਲ ਕਰਦਾ। ਮੈਂ ਅੱਜ ਦੀ ਤਰੀਕ 'ਚ ਵੀ ਗੱਲ ਕਹਿੰਦਾ ਵੀ ਮੈਨੂੰ ਕੋਈ ਦੱਸੇ। ਉਹਦੇ ਇਵਜ ਦੇ ਵਿੱਚ ਇੱਕ ਵਾਰੀ ਵਰਮਾ ਲੱਗਣ ਲੱਗਾ, ਇੱਥੇ ਅਕਾਲੀ ਗੌਰਮੈਂਟ ਸੀ ਉਦੋਂ, ਮੈਂ ਅਜੇ ਪ੍ਰਧਾਨ ਹੀ ਜੀ। ਤੇ ਮਾਈਨਿੰਗ ਵਿਭਾਗ ਦਾ ਜਿਹੜਾ ਅਫਸਰ ਆ ਉਹ ਮੇਰੇ ਕੋਲ ਦਫ਼ਤਰ ਆਇਆ, ਮੈਨੂੰ ਕਹਿੰਦਾ ਵੀ ਪ੍ਰਧਾਨ ਜੀ ਚੁੱਕੋ 5 ਲੱਖ ਰੁਪਈਆ ਤੇ ਕਰੋ ਸਾਈਨ। ਮੈਂ ਕਿਹਾ ਮੈਂ ਆਪਣਾ ਨਗਰ ਨਹੀਂ ਵੇਚ ਸਕਦਾ, ਮੈਨੂੰ ਇਸ ਨਗਰ ਨੇ ਬਹੁਤ ਨਿਮਾਣੇ ਜਿਹੇ ਬੰਦੇ ਨੂੰ ਏਡਾ ਵੱਡਾ ਮਾਣ ਦਿੱਤਾ, ਮੈਂ ਇਹ ਗੱਲ ਨਹੀਂ ਕਰ ਸਕਦਾ। ਔਰ ਵਰਤਮਾਨ ਸਾਡੇ ਜਿਹੜੇ ਲੀਡਰ ਸੀ ਉਹਨਾਂ ਨੇ ਵੀ ਕਿਹਾ ਵੀ ਇੱਦਾਂ ਨਹੀਂ,
ਪਰ ਮੈਂ ਉਹਦਾ ਪੁਰਜੋਰ ਵਿਰੋਧ ਕੀਤਾ, ਦਰੀ ਵਿਛਾ ਕੇ ਸਪੀਕਰ ਲਾ ਕੇ। ਮੈਂ ਕਿਹਾ ਪਹਿਲਾਂ ਮੇਰੀ ਗ੍ਰਿਫਤਾਰੀ ਕਰੋ, ਮੈਂ ਵਰਮਾ ਨਹੀਂ ਲੱਗਣ ਦਿੱਤਾ। ਵਾਹ। ਸਾਡਾ ਇੱਕ ਨੌਜਵਾਨ ਇਸ ਨਗਰ ਦਾ ਮੁੰਡਾ ਉਹ ਪੁਲਿਸ ਤੇ ਅਤਿਆਚਾਰ ਦੀ ਭੇਟ ਚੜ ਗਿਆ। ਅੱਛਾ। ਪੁਲਿਸ ਉਹਨੂੰ ਕਹਿ ਰਹੀ ਸੀ ਤੂੰ ਚਿੱਟਾ ਵੇਚ, ਉਹ ਕਹਿੰਦਾ ਮੈਂ ਨਹੀਂ ਵੇਚਣਾ। 2 ਹੌਲਦਾਰ ਉਹਨਾਂ ਨੇ ਉਹਨੂੰ ਕਿਹਾ ਵੀ ਤੈਨੂੰ ਵੇਚਣਾ ਪੈਣਾ, ਉਹਨੂੰ ਤੰਗ ਕਰਨ ਲੱਗ ਪਏ। ਔਰ ਉਹਨੇ ਕੀ ਕੀਤਾ ਵੀ ਜ਼ਹਿਰੀਲੀ ਕੋਈ ਵਸਤੂ ਨਿਕਲ ਲਈ। ਮੌਕੇ ਤੇ ਮੈਨੂੰ ਖੜਿਆ ਉਹਨਾਂ ਨੇ। ਜਦੋਂ ਮੈਂ ਦੇਖਿਆ ਤੇ ਉਹ ਕਹਿੰਦਾ ਵੀ ਮੈਂ ਮੇਰੀ ਚਿੱਠੀ ਵੀ ਜੇਬੀ 'ਚ ਪਾਈ ਆ ਪ੍ਰਧਾਨ ਜੀ, ਔਰ ਮੈਂ ਫਲਾਨਾ ਬੰਦਾ ਵਾ, ਉਹਦੇ ਦੁੱਖੋਂ ਮੈਂ ਆਪਣਾ ਸੰਸਾਰ ਛੱਡਣ ਲੱਗਾ। ਉਹ ਬਿਆਨ ਦੇ ਗਿਆ। ਅਕਾਲੀ ਗੌਰਮੈਂਟ ਹੀ। ਮੈਂ ਉਹਦਾ ਮੰਜਾ ਚੁੱਕ ਕੇ ਤੇ ਥਾਣੇ ਦੇ ਮੂਹਰੇ ਰੱਖਤਾ। ਹਾਲੇ ਕਿ ਮੈਂ ਵੀ ਅਕਾਲੀ ਦਲ ਨਾਲ ਸੰਬੰਧਿਤ ਸੀ। ਜਿਹੜੇ ਸੰਬੰਧਿਤ ਲੀਡਰ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ, ਸਾਡੀ ਸਰਕਾਰ ਦੇ ਖਿਲਾਫ ਮੁਰਦਾਬਾਦ, ਇਹ ਗੱਲ ਗਲਤ ਆ। ਮੈਂ ਕਿਹਾ ਮੈਂ ਆਪਣੇ ਲੋਕਾਂ ਦੇ ਨਾਲ ਖੜਨਾ, ਇਹ ਧੱਕਾ ਹੋਇਆ, ਮੈਂ ਨਹੀਂ ਇਹਨੂੰ ਪ੍ਰਵਾਨ ਕਰੂੰਗਾ। ਔਰ ਉਹ ਸਸਪੈਂਡ ਕਰਾਏ ਦੋਨੋਂ ਹੌਲਦਾਰ। ਦੁਨੀਆ ਸੁਣ ਰਹੀ ਹੈ ਤੁਹਾਡੇ ਮਾਧਿਅਮ ਰਾਹੀਂ ਜੀ। ਇਹਦੇ ਵਿੱਚ ਝੂਠ ਮੈਨੂੰ ਚੈਲੰਜ ਵੀ ਕੋਈ ਕਰ ਸਕਦਾ ਵਾ। ਔਰ 6 ਲੱਖ ਰੁਪਈਆ ਹੌਲਦਾਰਾਂ ਤੋਂ ਉਹਨਾਂ ਨੂੰ ਦਵਾਇਆ, ਉਹਦੇ ਬੱਚਿਆਂ ਨੂੰ। ਉਹਦੇ ਬੱਚੇ ਅੱਜ ਦੀ ਤਰੀਕ ਦੇ ਵਿੱਚ ਉਹ 6 ਲੱਖ ਰੁਪਈਏ ਨਾਲ ਆਪਣਾ ਪਾਲਣ ਪੋਸ਼ਣ ਨੂੰ ਗਰੀਬ ਮਜ਼ਦੂਰ ਵਿਚਾਰੇ ਉਹ ਕਰ ਰਹੇ ਆ। ਕਹਿਣ ਤੋਂ ਭਾਵ ਕਿ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕੇ ਜੇ ਤੁਰੇ ਆ, ਪ੍ਰਚਾਰ ਕਰਦੇ ਆ, ਜੇ ਸਾਡੇ ਵਿੱਚ ਕੇਵਲ ਬੋਲਣ ਤੱਕ ਹੀ ਸੀਮਾ ਰਹਿ ਜਾਵੇ ਵੀ ਅਸੀਂ ਕਵੀਸ਼ਰ ਆ, ਅਸਲ ਦੇ ਵਿੱਚ ਇਹ ਕਵੀਸ਼ਰੀ ਲੈਣ, ਇੱਕ ਫਕੀਰੀ ਲੈਣ, ਇਹ ਕਿੱਤਾ ਨਹੀਂ ਜੀ। ਇਹ ਧਰਮ ਕਲਾ ਹਰਬੰਦ ਬਹਾਲੀ, ਇਹ ਧਰਮ ਦੀ ਕਲਾ। ਜੇ ਅਸੀਂ ਕਿੱਤਾ ਹੀ ਬਣਾ ਕੇ ਤੁਰੇ ਗਏ ਤੇ ਇਹ ਤੇ ਬੋਲਣ ਤੱਕ ਸੀਮਾ ਥੋੜ੍ਹਾ ਹੁੰਦੀ ਕੋਈ। ਪ੍ਰੈਕਟੀਕਲ ਜਿੰਨਾ ਚਿਰ, ਜੇ ਮੈਂ ਕਿਸੇ ਨੂੰ ਕਹਾਂ ਤਿਆਗ ਕਰੋ, ਮੇਰੇ 'ਚ ਤਿਆਗ ਹੋਵੇ ਹੀ ਨਾ। ਜੇ ਮੈਂ ਕਿਸੇ ਨੂੰ ਕਹਾਂ ਕੁਰਬਾਨੀ ਕਰੋ, ਮੇਰੇ 'ਚ ਕੁਰਬਾਨੀ ਹੋਵੇ ਹੀ ਨਾ। ਜੇ ਮੈਂ ਕਹਾਂ ਕਿਸੇ ਨੂੰ ਦਾਨ ਕਰੋ, ਮੇਰੇ 'ਚ ਦਾਨ ਹੋਵੇ ਹੀ ਨਾ। ਜੇ ਮੈਂ ਕਹਾਂ ਤੁਸੀਂ ਧਰਮ ਵਾਸਤੇ ਆਹ ਕਰੋ, ਮੇਰੇ ਵਿੱਚ ਧਰਮ ਹੀ ਨਾ ਹੋਵੇ। ਤੇ ਵਾਸਤਵ ਵਿੱਚ ਤਦੇ ਲੋਕਾਂ ਦੇ ਉੱਤੇ, ਮਨਾਂ ਦੇ ਉੱਤੇ ਅਸਰ ਨਹੀਂ, ਰੰਗ ਨਹੀਂ ਚੜ੍ਹ ਰਿਹਾ। ਕਹਿਣ ਦਾ ਮਤਲਬ ਹੈ ਕਿ ਜਿਹੜੀ ਤੁਸੀਂ ਰਾਜਨੀਤੀ ਕਰ ਰਹੇ ਹੋ ਉਹ ਵੀ ਇੱਕਦਮ ਬਿਲਕੁਲ ਪਾਕ ਪਵਿੱਤਰ ਕੋਸ਼ਿਸ਼ ਹੈ ਕਿ ਬੇਸ਼ੱਕ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਤੁਸੀਂ ਕੋਸ਼ਿਸ਼ ਹੈ ਗਲਤ ਗੱਲਾਂ ਦੇ ਵਿਰੁੱਧ ਆਵਾਜ਼ ਉਠਾ ਕੇ। ਮੈਨੂੰ ਪਤਾ, ਮੈਂ ਪੂਰੀ ਜ਼ਿੰਮੇਵਾਰੀ ਦੇ ਨਾਲ ਇਹ ਗੱਲਾਂ ਕਰ ਰਿਹਾ ਵੀ ਇਹ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਸੁਣਨੀਆਂ। ਜੀ। ਪਰ ਮੈਨੂੰ ਕੋਈ ਕੱਲ ਨੂੰ ਕਹਿ ਵੀ ਸਕਦਾ ਕਿੱਦਾਂ ਹੋਈ ਸੀ। ਫਿਰ ਮਤਲਬ ਮੇਰੇ ਖਿਆਲ 2 ਵਾਰ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਰਹੇ ਜੀ। ਤੇ ਉਹ ਹੁਣ ਫਿਰ ਅੱਜ ਕੱਲ ਕਿਹੜਾ ਉਹਦਾ ਹੋਰ ਜਿਵੇਂ ਸਮਾਜਿਕ ਮੇਰੇ ਕੋਲ ਨੰਬਰਦਾਰੀ ਆ ਜੀ। ਮੈਨੂੰ ਫਖਰ ਆ ਮੇਰੇ ਕੰਮਾਂ ਤੇ ਵੀ। ਮੈਨੂੰ ਅੱਜ ਵੀ ਮੇਰੇ ਕੋਲ ਲੋਕ ਇੱਥੇ ਆ ਕੇ ਆਪਣੇ ਕੰਮਕਾਰ ਕਰਾਉਂਦੇ ਆ। ਮੈਂ ਕਿਸੇ ਨਾਲ ਵਾਅਦਾ ਨਹੀਂ ਕੀਤਾ। ਕੋਈ ਜਿਹੜਾ ਚੰਗਾ ਪੁਲਿਸ ਅਫਸਰ ਜਾਂ ਤਹਿਸੀਲਦਾਰ, ਸਾਡੇ ਤਹਿਸੀਲ ਵੀ ਇੱਥੇ ਸਬ ਤਹਿਸੀਲ ਆ, ਟੋਟਲ ਸਾਰੇ ਇੱਥੇ ਮਹਿਕਮੇ ਆ, ਵੀਡੀਓ ਬਲਾਕ ਇੱਥੇ ਆ, ਸਾਰਾ ਕੁਛ ਆ। ਪਰ ਮੈਂ ਚੰਗੇ ਅਫਸਰ ਦੀ ਬਹੁਤ ਕਦਰ ਕਰਦਾ। ਮੈਂ ਦਿਲੋਂ ਉਹਦੀ ਕਦਰ ਕਰਦਾ। ਜਿਹੜਾ ਕੋਈ ਮਾੜਾ ਲੋਕਾਂ ਨੂੰ ਤੰਗ ਕਰਦਾ, ਮੈਂ ਉਹਦੇ ਐਂਟੀ ਖੜਦਾ ਵਾਂ, ਔਰ ਖੜਨਾ ਵੀ ਆ ਪੂਰੀ ਤਰ੍ਹਾਂ। ਆਪਣੇ ਆਪ ਨੂੰ ਤਿਆਰ ਕਰਕੇ ਰੱਖੀਦਾ ਵੀ ਨਹੀਂ, ਇੱਦਾਂ ਨਹੀਂ। ਜ਼ਿੰਦਗੀ ਪਰਮੇਸ਼ਰ ਦੇ ਹੱਥਾਂ, ਦਾਤਾਂ ਵਾਹਿਗੁਰੂ ਦੀਆਂ ਜੀ। ਦਿੱਤੀ ਦਾਤੇ ਦੀ ਦਾਤ ਦਾ ਸ਼ੁਕਰ ਕਰੀਏ, ਇਹਨੂੰ ਛਣਕਣੇ ਵਾਂਗ ਛਣਕਾਈਦਾ ਨਹੀਂ ਜੀ। ਦੋਸਤੋ, ਸਾਡੇ ਨਾਲ ਨੇ ਪ੍ਰਸਿੱਧ ਕਵੀਸ਼ਰ ਭਾਈ ਗੁਰਦਿਆਲ ਸਿੰਘ ਜੀ ਢਿਲਵਾਂ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਤੇ ਮੇਰੇ ਨਾਲ ਨੇ ਪ੍ਰਸਿੱਧ ਕਵੀਸ਼ਰ ਭਾਈ ਗੁਰਦਿਆਲ ਸਿੰਘ ਜੀ ਢਿਲਵਾਂ ਵਾਲੇ। ਅੱਛਾ ਭਾਈ ਸਾਹਿਬ, ਫਿਰ ਪਰਿਵਾਰ ਬਾਰੇ ਥੋੜੀ ਜਾਣਕਾਰੀ ਦਿਓ। ਪਰਿਵਾਰ 'ਚ ਕੌਣ ਹੈ? ਪਰਿਵਾਰ ਦੇ ਵਿੱਚ ਵਾਈਫ ਹੈ ਮੇਰੀ ਜੀ ਤੇ 2 ਲੜਕੇ ਆ ਜੀ, 1 ਲੜਕੀ ਸੀ ਜੀ। 3 ਬੱਚੇ ਮੈਰਿਡ ਆ, ਔਰ ਪੋਤਰਾ ਮਤਾਬ ਸਿੰਘ, ਬੜਾ ਉਹਨੂੰ ਸ਼ੌਂਕ ਆ ਗਾਉਣ ਦਾ। ਵਾਹ, ਮਤਲਬ ਅੱਗੇ ਪੀੜ੍ਹੀ ਚੱਲ ਰਹੀ ਹੈ। ਬਹੁਤ ਵਧੀਆ। ਕਹਿੰਦਾ ਮੈਂ ਬਾਬਾ ਜੀ ਤੁਹਾਡੇ ਨਾਲ ਜੱਥਾ ਬਣਾਉਣਾ ਹੈ। ਵਾਹ, ਬੋਲਦਾ ਬੜਾ ਜਿਹਾ ਨਾ ਗੀਤ ਗਾਉਂਦਾ। ਤੇ ਸਾਡੇ ਉਹ ਕਾਕਾ, ਉਹਦਾ ਡੈਡੀ ਜੁਕੇ ਆ। ਅੱਛਾ ਜੀ। ਕਮਲਪ੍ਰੀਤ ਸਿੰਘ, ਉਹਨੂੰ ਬੜਾ ਸ਼ੌਂਕ ਆ ਜੀ। ਉਹ ਵੀ ਕਵਿਤਾ ਗਾ ਲੈਂਦਾ। ਬੇਟੀ ਸਾਡੀ
ਪੜ੍ਹੀ ਲਿਖੀ ਉੱਥੇ ਇਟਲੀ ਆ ਜੀ। ਉਹਦੇ ਬੱਚੇ ਦੋ ਵਾਹ, ਉਹ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਆ ਤੇ ਬਹੁਤ ਵਧੀਆ ਉਹਨਾਂ ਦਾ ਵੀ ਸਿਸਟਮ। ਸਾਰਾ ਧਾਰਮਿਕ ਪਰਿਵਾਰ ਹੈ ਜੀ, ਔਰ ਛੋਟਾ ਬੜਾ ਇੱਥੇ। ਮਹਾਰਾਜ ਦੀ ਕਿਰਪਾ ਜੀ। ਕਿਰਪਾ ਸਤਿਗੁਰ ਦੀ, ਮਾਲਕ ਦੀ ਇਸ ਕਿਰਪਾ। ਅੱਛਾ ਜੀ, ਮੈਂ ਜਿੰਨਾ ਕੁ ਜਾਣਦਾ ਜੀ ਕਿ ਤੁਸੀਂ ਪ੍ਰੋਗਰਾਮ ਤੇ ਲਾਉਂਦੇ ਹੀ ਹੋ, ਵੱਖ-ਵੱਖ ਜਗ੍ਹਾ ਜਾਂਦੇ ਰਹਿੰਦੇ ਹੋ, ਤੁਸੀਂ ਖੁਦ ਬੜੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹੋ ਢਿਲਵਾਂ ਦੇ ਵਿੱਚ। ਜੀ, ਇਹ ਤੇ ਇੱਕ ਪਰਮੇਸ਼ਰ ਦੀ ਕਿਰਪਾ ਵਾ, ਮੈਂ ਤੇ ਕੁਛ ਨਹੀਂ। ਜੀ ਕਬੀਰ ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ, ਕੌਣ ਕਰਨ ਵਾਲਾ ਤੇ ਕੌਣ, ਇਹ ਤਾਂ ਪਰਮੇਸ਼ਰ ਹੀ ਕਰਨ ਵਾਲਾ ਸਾਰਾ ਜੀ। ਜੀ। ਉਹ ਗੁਰੂ ਨੇ ਇੱਕ ਬਖਸ਼ਿਸ਼ ਜੀ ਕੀਤੀ, ਮੇਰੇ ਮਨ ਦੇ ਵਿੱਚ ਮੁੱਢ ਕਦੀਮ ਤੋਂ ਹੀ ਰਹੀ ਵੀ ਇੱਥੇ ਕੋਈ ਧਾਰਮਿਕ ਸਮਾਗਮ ਕਰਵਾਏ ਜਾਣ ਜੀ। ਜਿਹਦੇ ਵਿੱਚ ਲਗਭਗ 17 ਕਵੀਸ਼ਰੀ ਦਰਬਾਰ ਜਿਹੜੇ ਆ ਉਹ ਹੋ ਚੁੱਕੇ ਆ। ਅੱਛਾ, ਆ ਢਿਲਵਾਂ। ਹੁਣ 17ਵਾਂ ਜਿਹੜਾ ਇਹ 2 ਫਰਵਰੀ ਨੂੰ ਹੋਇਆ, ਕਿ ਫਰਵਰੀ ਲੰਘ ਕੇ ਗਈ। ਤੇ ਇਸ ਤੋਂ ਇਲਾਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਜੀ। ਦਾਣਾ ਮੰਡੀ ਢਿਲਵਾਂ ਦੇ ਵਿੱਚ ਲਗਭਗ 30 ਗੁਰਮਤਿ ਸਮਾਗਮ ਹੋਏ, ਵਾਹ, ਜਿਨ੍ਹਾਂ ਦੇ ਵਿੱਚ ਪਰਮੇਸ਼ਰ ਨੇ ਕਿਰਪਾ ਕੀਤੀ। ਮੇਰੇ ਇਲਾਕੇ ਦੇ ਲੋਕਾਂ ਨੇ ਮੈਨੂੰ ਉੱਥੇ ਸਟੇਜ ਸਕੱਤਰ ਦੀ ਸੇਵਾ ਦਿੱਤੀ, ਵਾਹ, ਜਿਹਦੇ ਵਿੱਚ ਲਗਭਗ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਤੋਂ ਲੈ ਕੇ ਟੋਟਲ ਸਾਰੇ ਜਿਹੜੇ ਰਾਗੀ ਜਥੇ ਉੱਥੇ ਸੱਦੇ, ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋ, ਬਹੁਤ ਤਗੜੇ ਵਿਦਵਾਨ, ਜੀ। ਭਾਈ ਪਿੰਦਰਪਾਲ ਸਿੰਘ ਜੀ, ਜਸਵੰਤ ਸਿੰਘ ਜੀ, ਬੜੇ ਬੜੇ ਜਿਹੜੇ ਪੰਥ ਪ੍ਰਸਿੱਧ ਜਥੇ ਉੱਥੇ ਆਉਂਦੇ ਰਹੇ। ਤੇ ਇਹ ਗੁਰੂ ਦੀ ਕਿਰਪਾ ਹੋ ਰਹੀ, ਇੱਥੇ ਟੂਰਨਾਮੈਂਟ ਵੀ ਸੰਗਤ ਕਰਾਉਂਦੀ ਆ, ਉਹਦੇ ਵਿੱਚ ਹੀ ਸਾਰਿਆਂ ਦਾ ਯੋਗਦਾਨ ਹੁੰਦਾ। NRI ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਆ। ਤੇ ਉਹ ਇਹ ਗੁਰੂ ਦੀ ਕਿਰਪਾ ਸਾਡੇ ਕਵੀਸ਼ਰੀ ਦਰਬਾਰ ਦੇ ਵਿੱਚ ਬਹੁਤ ਮੈਨੂੰ ਖੁਸ਼ੀ ਆ ਵੀ ਜਿੰਨੇ ਵੀ ਅਕਾਲ ਚਲਾਣਾ ਕਰ ਚੁੱਕੇ ਕਵੀਸ਼ਰ ਆ, ਜਗੀਰ ਸਿੰਘ ਮਸਤ, ਜਰਨੈਲ ਸਿੰਘ ਸਭਰਾ, ਜੀ। ਜੋਗਿੰਦਰ ਸਿੰਘ ਗਗੜੇਵਾਲ, ਜੋਗਿੰਦਰ ਸਿੰਘ ਮਹਿਤਾ, ਇਹ ਜਿੰਨੇ ਵੀ ਕਵੀਸ਼ਰ ਹੋਏ ਆ ਸਾਰੇ, ਸਰੂਪ ਸਿੰਘ ਸੂਰਵਿੰਡ, ਸਾਰੇ ਟੋਟਲ ਇੱਥੇ ਆ ਚੁੱਕੇ ਆ ਸਭ। ਵਾਹ ਜੀ, ਵਾਹ। ਤੇ ਉਹ ਸਮੇਂ ਦੇ ਨਾਲ ਸਾਰਿਆਂ ਨੂੰ ਮੌਕਾ ਦੇਈਦਾ। ਤੇ 17 ਹੋ ਕੇ ਤੁਹਾਨੂੰ 18ਵਾਂ ਸਾਲ ਦੇ ਵਿੱਚ ਅਗਲੇ ਸਾਲ ਚ ਹੋਊਗਾ। ਤੇ ਵਾਹਿਗੁਰੂ ਦੀ ਬੜੀ ਕਿਰਪਾ ਚੱਲ ਰਹੀ, ਸਾਰਾ ਕੁਝ ਸੰਗਤ ਕਰ ਰਹੀ, ਮੈਂ ਨਹੀਂ ਕੁਝ ਕਰ ਰਿਹਾ ਵੀ ਜੇ ਮੈਂ ਆਪਣੇ ਕੋਲੋਂ ਕਹਾਂ ਨਹੀਂ, ਪੈਸੇ ਵੱਧ ਜਾਂਦੇ ਉਹ ਰੱਖ ਲਈਦੇ ਆ, ਥੋੜੇ ਬੂਤੇ ਜਿਹੜੇ ਵਧੇ ਅਗਲੇ ਸਾਲ ਵਿੱਚ ਪਾ ਦਈਦੇ ਆ। ਤੂੰਬਾ ਦਰਬਾਰ ਇੱਕ ਵਾਰੀ ਇੱਥੇ ਕਰਾਇਆ ਸੀ, ਵਾਹ ਜੀ, ਵਾਹ। ਭਾਈ ਨਿਰਮਲ ਸਿੰਘ ਨਿੰਮਾ ਬੋਬਾਂ ਵਾਲੇ ਜੀ। ਮੈਂ ਉਹਨਾਂ ਨੂੰ ਕਿਹਾ ਭਾਜੀ ਵੀ ਤੁਸੀਂ ਕਰੋ ਕਿਰਪਾ। ਅੱਛਾ। ਤੋਂ ਮੇਰੇ ਬੜੇ ਹਰਦਿਲ ਅਜੀਜ਼ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਮਿੱਤਰ ਪਿਆਰੇ ਆ ਜੀ। ਉਹਨਾਂ ਨੇ ਬੜੇ ਆਲਮ ਫਾਜ਼ਲ ਬੰਦੇ ਨਾਲ ਲਿਆਂਦੇ। ਯਾਰ ਮੈਨੂੰ ਨਾਂ ਤਾਂ ਉਹਨਾਂ ਦਾ ਵਿਸਰ ਗਿਆ, ਪਰ ਉਹਨਾਂ ਨੇ ਬਹੁਤ ਹੀ ਵਧੀਆ, ਜਦੋਂ ਸਾਡਾ ਇੱਥੇ ਪ੍ਰੋਗਰਾਮ ਹੋਇਆ ਤਾਂ ਲੋਕਾਂ ਨੇ ਕਿਹਾ ਵੀ ਇਹ ਕਦੀ ਕਦੀ ਨਾ ਦੂਏ ਤੀਏ ਸਾਲ ਇਹ ਵੀ ਕਰਾਇਆ ਕਰੋ। ਵੀ ਉਹਨਾਂ ਨੇ ਐਸੀ ਗਾਇਕੀ ਜਮਲੇ ਜੀ ਦੀਆਂ ਤਰਜ਼ਾਂ ਉੱਤੇ ਗਾਇਆ। ਤੁੰਬੇ ਵਾਲੇ ਸਾਰੇ ਗਾਇਕ ਆਏ ਫਿਰ? ਸਾਰੇ ਗਾਇਕ ਆਏ ਉੱਥੇ, ਜੀ। ਬਹੁਤ ਵਧੀਆ ਤੂੰਬਾ ਦਰਬਾਰ ਹੋਇਆ। ਜੀ। ਤੇ ਮੈਨੂੰ ਬੜੀ ਪ੍ਰਸੰਨਤਾ ਵੀ, ਮੈਨੂੰ ਮੈਂ ਪਰਮੇਸ਼ਰ ਕਿਰਪਾ ਕਰੇ, ਚਲੋ ਮੈਂ ਤਾਂ ਕੁਝ ਨਹੀਂ, ਮੈਂ ਸ਼ਬਦ ਵਿੱਚ ਲਾਉਣਾ ਪੈ ਜਾਂਦਾ ਵੀ ਆਪਾਂ ਤਾਂ ਕੁਝ ਵੀ ਨਹੀਂ, ਤੇ ਉਹ ਮਾਲਕ ਸਾਰਾ ਕਰਾ ਰਿਹਾ। ਜੀ। ਤੇ ਸਿੰਘ ਸਾਹਿਬ ਫਿਰ ਮਾਨ ਸਨਮਾਨ ਕਿੰਨੇ ਕੁ ਮਿਲੇ ਤੁਹਾਨੂੰ? ਮੈਨੂੰ ਮਾਨ ਸਨਮਾਨ ਤੇ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਵੀ ਮੇਰੇ ਖਿਆਲ ਦੇ ਵਿੱਚ ਵੀ ਮੈਂ ਇਹ ਗੱਲ ਰੱਬ ਤੋਂ ਡਰ ਕੇ ਕਹਿਣਾ ਵੀ ਸਾਡਾ ਨਗਰ 11-12 ਹਜ਼ਾਰ ਦੀ ਆਬਾਦੀ ਦਾ ਨਗਰ ਆ। ਜੀ। ਲਗਭਗ ਮੈਂ ਜਿੰਨੇ ਪ੍ਰੋਗਰਾਮ ਆਪਣੇ ਨਗਰ ਵਿੱਚ ਲਾਏ ਆ, ਮੈਨੂੰ ਜੋਗੀ ਸਾਹਿਬ ਵੀ ਇਹ ਕਹਿੰਦੇ ਹੁੰਦੇ ਯਾਰ ਤੈਨੂੰ ਇਹ ਲੋਕ ਪਿੰਡ ਦੇ ਵਿੱਚ ਰਹਿਣਾ ਬੜਾ ਔਖਾ ਹੁੰਦਾ, ਲੋਕ ਟਸਲਾ ਕਰ ਜਾਂਦੇ ਆ। ਤੋ ਮੈਂ ਹੱਸ ਕੇ ਕਹਿਣਾ ਜੀ ਉਹ ਜਿਹੜਾ ਤਕੜੀ ਦਾ ਛਾਬਾ ਹੁੰਦਾ ਨਾ, ਉਹਦੇ ਵਿੱਚ ਵਿਰੋਧੀ ਹੁੰਦੇ ਪਰ ਟੰਗੇ ਹੁੰਦੇ ਆ, ਹੁੰਦੇ ਜ਼ਰੂਰ ਆ ਪਰ ਤਾਂ ਹੀ ਟੰਗੇ ਹੁੰਦੇ ਆ। ਉਹ ਬੜਾ ਹੱਸਣਾ ਉਹਨਾਂ ਨੇ ਵੀ ਮੈਨੂੰ ਜਿੰਨੇ ਪ੍ਰੋਗਰਾਮ ਢਿਲਮਾ ਦੇ ਮਿਲਦੇ ਜੀ ਜਾਂ ਇਲਾਕੇ ਦੇ ਮਿਲਦੇ ਨੇ ਜੀ, ਉਹ ਮੇਰਾ ਮਾਨ ਸਨਮਾਨ ਆ। ਮੈਂ ਕਦੀ ਪੈਸਾ ਨਹੀਂ ਕਿਸੇ ਨਾਲ ਕੀਤਾ ਵੀ ਮੈਂ ਇੰਨੇ ਪੈਸੇ ਲੈਣੇ ਆ, ਪਰ ਘਾਟ ਵੀ ਨਹੀਂ ਕੋਈ ਰਹੀ। ਜੀ। ਸਭ ਤੋਂ ਪ੍ਰਥਮ ਮੈਨੂੰ 골ਡ ਮੈਡਲ ਦੇ ਨਾਲ ਮੇਰੇ ਨਗਰ ਦੇ ਲੋਕਾਂ ਨੇ ਮੈਨੂੰ ਸਨਮਾਨਿਤ ਕੀਤਾ। ਵਾਹ ਜੀ, ਹਨਾ। ਸਭ ਤੋਂ ਵੱਡੀ ਪ੍ਰਾਪਤੀ। ਇਹ ਤੋਂ ਇਲਾਵਾ ਸ਼ਤਾਬਦੀਆਂ ਜਿਹੜੀਆਂ ਹੋਈਆਂ, ਜਿੰਨੀਆਂ ਵੀ ਉਹਦੇ ਵਿੱਚ ਮਾਨ ਸਨਮਾਨ ਮਿਲਦਾ ਰਿਹਾ, ਤੇ ਵੱਖ-ਵੱਖ ਤਰ੍ਹਾਂ ਤੇ ਜਿੱਥੇ-ਜਿੱਥੇ ਮਹਾਂਪੁਰਖਾਂ ਦੇ ਸਥਾਨਾਂ ਦੇ ਉੱਤੇ। ਵੇਖੋ ਬਾਕੀ ਭਾਜੀ ਮੈਂ ਇੱਕ ਗੱਲ ਕਹਾਂਗਾ ਵੀ ਸਾਡੇ ਜਿਹੜੇ ਬੁਲਾਰੇ ਨਾ, ਜੀ, ਮੈਂ ਵੀ ਵਿੱਚੇ ਹੁੰਦਾ, ਅਸੀਂ ਚਾਪਲੂਸ ਬਹੁਤ ਬਣ ਗਏ। ਜਿਸ ਡੇਰੇ ਜਾਣੇ, ਜਿਸ ਬਾਬੇ ਦੇ ਵਾਸਤੇ ਵਿੱਚ ਬਾਬੇ ਵੀ ਚਾਪਲੂਸ ਹੋ ਗਏ। ਹਾਂਜੀ। ਉਹ ਸੁਣਨਾ ਚਾਹੁੰਦੇ ਆ ਜੀ, ਹੈਨਾ, ਆਪਣੀ ਵਡਿਆਈ ਸੁਣਨਾ ਬੜੇ ਚਾਹੁੰਦੇ ਆ। ਉਹ ਅਸਲ 'ਚ ਬ੍ਰਹਮ ਗਿਆਨੀ ਬਖਸ਼ਿਸ਼, ਬ੍ਰਹਮ ਗਿਆਨੀ ਸ਼ਬਦ ਜਿਹੜਾ ਵਾ ਨਾਂ ਜ਼ਰੂਰ ਲਵਾ ਲੈਣਗੇ, ਸੰਤ ਸ਼ਬਦ ਵੀ ਬੜਾ ਕੁਛ, ਤੇ ਪਰ ਜਿਹੜਾ ਪੂਰਾ ਪ੍ਰੋਪਰ ਬੈਲੈਂਸ ਬਣਾ ਕੇ ਰੱਖਣਾ ਨਾ, ਬਰਾਬਰਤਾ ਰੱਖਣੀ, ਨਹੀਂ ਬਈ ਫਲਾਨਿਆਂ ਨੂੰ ਵੀ ਸੱਦੋ ਵੀ, ਉਹ ਵੀ ਆਉਣ, ਸਾਰੇ ਆਉਣ। ਤੇ ਉਹ ਮਤਲਬ ਜਿਹੜੇ ਚਾਪਲੂਸੀ ਕਰਦੇ ਆ ਉਹਨਾਂ ਨੂੰ ਫਿਰ ਉਹ
ਕਈ ਤਰ੍ਹਾਂ ਦੇ ਮਾਨ ਸਨਮਾਨ ਮਿਲਦੇ ਵੀ ਰਹਿੰਦੇ ਆ। ਮੈਂ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਨਹੀਂ ਕੋਈ ਕਰਦਾ, ਮਤਲਬ ਉਹਨਾਂ ਨੂੰ ਚਾਹੀਦਾ ਵੀ ਪੰਜਾਬ ਦੇ ਕੋਨੇ-ਕੋਨੇ ਚੋਂ ਕੱਢ ਕੇ ਬੰਦੇ ਲਿਆਉਣ ਵੀ ਫਲਾਨੀ ਤਾਂ ਬੜੇ ਬੜੇ ਹੀਰੇ, ਅਮੋਲਕ ਹੀਰੇ ਜਿਹੜੇ ਆ ਉਹ ਵਿੱਥੀ ਖੁੰਜੀ ਲੱਗੇ ਬੈਠੇ ਆ, ਉਹਨਾਂ ਦਾ ਵੀ ਮਾਨ ਸਨਮਾਨ ਕਰੋ। ਉਹਨਾਂ ਨੂੰ ਕੌਣ ਕਰੂਗਾ? ਉਹਨਾਂ ਨੂੰ ਜੇ ਮਹਾਂਪੁਰਖ ਦੂਜੇ ਤੀਜੇ ਜਿਹੜੇ ਬੜੇ ਬੜੇ ਸਥਾਨਾਂ ਦੇ ਉੱਤੇ ਵੱਸਦੇ ਆ, ਉਹਨਾਂ ਨੂੰ ਚਾਹੀਦਾ ਵਾ ਵੀ ਉਹਨਾਂ ਲੋਕਾਂ ਨੂੰ ਵੀ ਵਾਰੀ-ਵਾਰੀ ਮੌਕਾ ਦੇਣ, ਉਹਨਾਂ ਨੂੰ ਜਿਹੜੇ ਜਾਇਜ਼ ਨੇ ਉਹਨਾਂ ਨੂੰ ਜਾਇਜ਼ ਦੇਣ, ਜਿਹੜੇ ਵਾਕਿਆ ਹੀ ਉਹਨੂੰ ਡਿਜ਼ਰਵ ਕਰਦੇ ਆ। ਤੇ ਫਿਰ ਇਹ ਆਪਣੀ ਜਿਹੜੀ ਲਾਈਫ ਹੈ, ਕਵੀਸ਼ਰੀ ਦੀ ਲਾਈਫ ਆਪਾਂ ਕਹੀਏ, ਚਲੋ ਦੂਸਰੀ ਲਾਈਫ ਤੇ ਪਰਿਵਾਰਿਕ ਲਾਈਫ ਤੇ ਮਹਾਰਾਜ ਦੀ ਕਿਰਪਾ ਹੈ, ਇਹ ਤੋਂ ਸੰਤੁਸ਼ਟ ਹੋ ਗਏ ਜਾਂ ਜੇ ਹੋਰ ਕੁਝ ਤੁਹਾਨੂੰ ਲੱਗਦਾ ਕਿ ਨਹੀਂ ਹੋਰ ਕੁਝ ਮੈਨੂੰ ਕਰਨਾ ਚਾਹੀਦਾ ਸੀ? ਗੱਲ ਅਸਲ ਜੀ ਬਾਬਾ ਬੁੱਲੇ ਸ਼ਾਹ ਕਹਿੰਦਾ ਵੀ ਬੁੱਲੇ ਸ਼ਾਹ ਰੰਗ ਫਿੱਕੇ ਪੈ ਗਏ ਰੱਬਾ ਤੇਰੇ ਸਾਰੇ, ਤੂੰ ਕਰਕੇ ਜਿੱਤੇ ਸੀ ਤੇ ਮੈਂ ਕਰਕੇ ਹਾਰੇ ਜੀ। ਤੇ ਉਹ ਪੰਜਾਬੀ ਦਾ ਉਹ ਕੋਈ ਸ਼ਾਇਰ ਆ, ਉਹਨੇ ਇੱਕ ਗੱਲ ਕਹੀ ਸੀ ਬਈ ਬਹਿ ਗਏ ਤਾਂ ਨਹੀਂ ਦੇਣਾ ਤੁਰਨ ਥਕੇਵੇਂ ਨੇ, ਚੱਲ ਮੰਜ਼ਿਲ ਤੇ ਚੱਲ ਕੇ ਮੰਜੀ ਡਾਉਨੇ ਆ। ਜ਼ਿੰਦਗੀ ਚੱਲਦੀ ਵਧੀਆ ਲੱਗਦੀ ਆ ਜੀ, ਜਿੱਦਾਂ ਸਵਾਸ ਚੱਲਦੇ ਰਹਿਣ ਤਾਂ ਸਰੀਰ ਆ, ਬੰਦੇ ਦੀ ਆਤਮਕ ਅੰਦਰੋਂ ਚੱਲਦੀ ਰਵੇ ਜਿਸ ਵੀ ਫੀਲਡ ਦੇ ਵਿੱਚ ਆ। ਮੈਂ ਬੇਨਤੀ ਪਹਿਲਾਂ ਕੀਤੀ ਵੀ ਇਹਨੂੰ ਕਿੱਤਾ ਹੀ ਨਹੀਂ ਇਕੱਲਾ ਸਮਝਣਾ, ਇਹ ਸਾਡੀ ਪਖੀਰੀ ਲੈਣ ਆ। ਸਾਡੇ ਲੋਕ ਰਾਹ ਵੇਖਦੇ ਆ ਕਵੀਸ਼ਰ ਰਾਗੀਆਂ ਢਾਡੀਆਂ ਦੇ, ਤੇ ਸਾਨੂੰ ਵੀ ਉਸ ਹਿਸਾਬ ਦੇ ਨਾਲ ਚੱਲਣਾ ਚਾਹੀਦਾ। ਕੱਲੀ ਮਾਇਆ ਨਹੀਂ, ਜੇ ਬੁਲਾਰਾ ਬੋਲਦਾ ਤੇ ਉਹਦੀ ਨਜ਼ਰ ਇਹ ਰਹੀ ਵੀ ਕੌਣ 10 ਰੱਖ ਗਿਆ ਤੇ ਕੌਣ 100 ਰੱਖ ਗਿਆ, ਧਿਆਨ ਕਿੱਥੇ ਕੇਂਦਰਿਤ ਜਾਊਗਾ। ਜਾਂ ਇੰਨੇ ਹੀ ਲੈਣੇ ਆ, ਠੀਕ ਹੈ, ਲੋਕਾਂ ਨੂੰ ਵੀ ਚਾਹੀਦਾ, ਸੰਗਤ ਨੂੰ ਵੀ ਚਾਹੀਦਾ ਵੀ ਇਹਦੀਆਂ ਲੋੜਾਂ ਜਿਹੜੀਆਂ ਪੂਰੀਆਂ ਭਾਈ ਕਰਨੀਆਂ ਵਾ, ਪਰ ਅਸੀਂ ਹਰ ਥਾਂ ਦੇ ਉੱਤੇ ਅਸੀਂ ਕਹਿ ਦਿੰਦੇ ਆ, ਕਈ ਵਾਰੀ ਸਾਡੇ ਬੰਦੇ ਦੇਖੋ ਜੀ ਗਾਉਣ ਵਾਲੇ ਇੰਨੇ ਪੈਸੇ ਲੈ ਲੈਂਦੇ, ਲੈ ਲੈਣ, ਜਿੱਥੇ ਤੁਹਾਨੂੰ ਸੰਗਤ ਨੇ ਰੱਖਿਆ ਉਹਨਾਂ ਨੂੰ ਥੋੜ੍ਹਾ ਰੱਖਿਆ, ਬਿਲਕੁਲ ਉਹਨਾਂ ਨੂੰ ਥੋੜ੍ਹਾ ਰੱਖਿਆ ਵਾ। ਤੁਹਾਨੂੰ ਜਿਹੜਾ ਮਾਨ ਸਨਮਾਨ, ਤੁਹਾਡੇ ਜਿਹੜੀ ਬਖਸ਼ਿਸ਼ਾਂ ਗੁਰੂ ਘਰਾਂ ਚੋਂ ਮਿਲਦੀਆਂ ਵਾ, ਉਹਨਾਂ ਨੂੰ ਥੋੜ੍ਹਾ ਮਿਲਦੀਆਂ, ਮੇਰਾ ਪੈਸਾ ਹੀ ਥੋੜ੍ਹਾ ਸਭ ਕੁਛ ਹੁੰਦਾ ਨਾ। ਪੈਸੇ ਦੀ ਗੱਲ, ਜਿਹੜਾ ਸਾਨੂੰ ਮਾਨ ਸਨਮਾਨ ਬਖਸ਼ਿਸ਼ ਸੰਗਤ ਵਿੱਚੋਂ ਮਿਲਦਾ ਵਾ। ਮੈਨੂੰ ਗੱਲ ਚੇਤੇ ਆ ਗਈ, ਸੋਹਣ ਸਿੰਘ ਸੀਤਲ ਬੱਚਿਆਂ ਨੇ ਆਖਿਆ ਬਾਪੂ 2-2 ਰੁਪਏ 1-1 ਰੁਪਏ ਤੁਹਾਨੂੰ ਲੋਕੀ ਦਿੰਦੇ, ਛੱਡੋ ਹੁਣ ਗੱਲ ਨੂੰ ਜੀ। ਮੈਨੂੰ ਕੋਈ ਵਿਦਵਾਨ ਨੇ ਸੁਣਾਈ ਗੱਲ, ਤੇ ਉਹਨਾਂ ਦੇ ਬਜ਼ੁਰਗਾਂ ਦੇ ਅੱਖਾਂ 'ਚ ਅੱਥਰੂ ਆ ਗਏ, ਹੁੰਦੇ ਕਿਹੜੀਆਂ ਗੱਲਾਂ 'ਚ ਪੈ ਗਏ ਤੁਸੀਂ? ਇੱਥੋਂ ਤੇ ਇਹ ਤੇ ਇੱਕ ਰਹਿਮਤ ਆ, ਇੱਕ ਬਖਸ਼ਿਸ਼ ਹੈ। ਇਹ ਜਿਹੜੇ 1-1 2-2 ਰੁਪਏ ਬਖਸ਼ਿਸ਼ ਆ, ਇਹ ਆਸ਼ੀਰਵਾਦ ਹੈ ਇੱਕ। ਦੇਖੋ ਜੀ ਬੁਲਾਰਾ, ਫਿਰ ਉਹਨਾਂ ਨੇ ਕਿਹਾ ਵੀ ਜੇ ਮੈਂ ਮਰਦੇ ਦਮ ਤੱਕ ਢਾਡੀ ਰਾਗ ਗਾਵਾਂ, ਮੇਰੀ ਮੌਤ ਵੀ ਜਿਹੜੀ ਉਹ ਗਾਉਂਦੇ ਹੋਵੇ। ਜਿਹੜੇ ਸਾਨੂੰ ਪੈਸੇ ਦੇਣ ਵਾਲੇ ਆ, ਜੇ ਭਾਜੀ ਉਹਨਾਂ ਦੇ ਮਨ 'ਚ ਇਹ ਗੱਲ ਹੋ ਜਾਵੇ ਨਾ ਵੀ ਜੇ ਕਿਤੇ ਅਸੀਂ 10 50 100 ਰੁਪਈਆ ਨਾ ਦਿੱਤਾ ਤੇ ਇਹਨਾਂ ਦਾ ਚੁੱਲ੍ਹਾ ਨਹੀਂ ਚੱਲਣਾ, ਬਹੁਤ ਗਲਤ ਹੋਣਗੇ ਉਹ। ਜੇ ਉਹਨਾਂ ਦੀ ਸੋਚ ਹੋਵੇ, ਸਾਰਿਆਂ ਦੀ ਨਹੀਂ ਹੁੰਦੀ, ਬੜੇ ਬੜੇ ਸੰਗਤ ਕੰਮ ਤੇ ਨਾ ਕੁਛ ਲੋਕਾਂ ਦੀ ਹੁੰਦੀ ਵੀ ਆ ਵੀ ਸ਼ਾਇਦ ਕਰੇ ਮੈਂ 50 100 ਨਾ ਦਿੱਤਾ ਤਾਂ ਪਤਾ ਨਹੀਂ ਕੀ ਹੋਣਾ। ਤੇ ਉਧਰ ਜੇ ਜਿਹੜੇ ਬੁਲਾਰੇ ਆ, ਜੇ ਉਹਨਾਂ ਦੇ ਮਨ ਦੇ ਵਿੱਚ ਇਹ ਆਵੇ ਮੇਰੀ ਆਵਾਜ਼, ਮੇਰਾ ਗਲਾ ਰਸੀਲਾ, ਮੇਰੀ ਵਿਦਵਤਾ, ਇਸ ਕਰਕੇ ਮੈਨੂੰ ਇਹ ਮਾਇਆ ਲੋਕ ਦੇ ਰਹੇ ਆ, ਫਿਰ ਉਹ ਵੀ ਗਲਤ ਆ, ਉਹ ਵੀ ਗਲਤ ਹੈ ਨਾ। ਬੜੇ ਡੂੰਘੇ ਵਿਚਾਰ ਗਿਆਨੀ ਜੀ ਤੁਹਾਡੇ ਸੁਣਨ ਨੂੰ ਜਿਹੜੇ ਮਿਲੇ ਨੇ। ਸੋ ਕੀ ਕਹਿਣਾ ਚਾਹੋਗੇ ਜਿਹੜੇ ਮੁੰਡੇ ਕਵੀਸ਼ਰੀ ਨੂੰ ਪ੍ਰੇਮ ਕਰਦੇ ਨੇ, ਜਿਹੜੇ ਨਵੇਂ ਮੁੰਡੇ ਕਵੀਸ਼ਰ ਬਣਨਾ ਚਾਹੁੰਦੇ ਨੇ? ਦਰਅਸਲ ਕਵੀਸ਼ਰੀ ਦੇ ਪਿੜ ਦੇ ਵਿੱਚ ਕਵੀਸ਼ਰੀ ਜਿਹੜੀ ਆ ਇਹ ਬਹੁਤ ਕੁਝ ਮੰਗਦੀ ਆ ਜੀ, ਔਰ ਨਵੇਂ ਮੁੰਡੇ ਜਿਹੜੇ ਆ ਰਹੇ ਆ ਉਹਨਾਂ ਨੂੰ ਇੱਜ਼ਤ ਨਹੀਂ ਕਰਦੇ ਵੱਡਿਆਂ ਦੀ ਵੀ ਸਾਡੇ ਤੋਂ ਸੀਨੀਅਰ ਹੈ। ਸਭ ਤੋਂ ਪ੍ਰਥਮ ਤੇ ਪਹਿਲੀ ਇਹ ਗੱਲ ਆ ਵੀ ਉਹ ਇੱਜ਼ਤ ਨਹੀਂ ਕਰਦੇ। ਉਹ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ ਆ ਵੀ ਫਲਾਨਾ ਬੰਦਾ ਬੋਲਦਾ ਮੈਂ ਇਦਾਂ ਹੋ ਜਾਵਾਂ, ਇਦਾਂ ਨਹੀਂ ਬਣਿਆ ਜਾਂਦਾ। ਮੈਨੂੰ ਗੱਲ ਚੇਤੇ ਆਈ ਵੀ ਇੱਥੇ ਇੱਕ ਮਹਾਂਪੁਰਖ ਸਾਡੇ ਸੀ ਤੇ ਉਹਨਾਂ ਨੇ ਇੱਕ ਪਾਠੀ ਪਾਠ ਕਰਦਾ ਸੀ, ਉਹਨੂੰ ਕਹਿੰਦੇ ਵੀ ਕਾਕਾ ਸੰਥਿਆ ਲੈ ਕੇ ਪਾਠ ਕਰ। ਉਹ ਕਹਿੰਦਾ ਬਾਬਾ ਪਰਸੋਂ ਨੂੰ ਦੱਸੂਗਾ ਜਿਹੜਾ ਤੂੰ ਮੈਨੂੰ ਗੱਲ ਕਹੀ ਆ। ਪਰਸੋਂ ਭੋਗ ਪਿਆ ਜਦੋਂ ਬਾਣੀ ਦਾ, ਬਰਾਬਰ ਰੁਪਈਏ ਮਿਲ ਗਏ ਪਾਠੀ ਸਿੰਘਾਂ ਨੂੰ। ਉਹ ਜਿਹੜਾ ਬੰਦਾ ਟਕਸਾਲੀ ਮਹਾਂਪੁਰਖ ਸੀ ਉਹਨੂੰ ਵੀ ਉਨੇ। ਉਹ ਮੁੰਡਾ ਕਹਿੰਦਾ ਤੁਹਾਨੂੰ ਵੀ ਉਨੇ ਮਿਲੇ ਨਾ, ਤੁਹਾਡੇ 'ਚ ਤੇ ਮੇਰੇ 'ਚ ਫਰਕ ਕੀ ਆ? ਵਾਸਤਵ ਵਿੱਚ ਜਿਹੜੇ ਆਪ ਜੀ ਨੇ ਕੁਐਸਚਨ ਕੀਤਾ ਜੀ, ਇਹ ਬੜਾ ਆਲਾ ਵਾ
ਇਹਨਾਂ ਨਵੇਂ ਮੁੰਡਿਆਂ ਨੂੰ ਮਿਹਨਤ ਮਸ਼ੱਕਤ ਇਹਨੂੰ ਧਰਮ ਵਾਂਗੂ ਅਪਣਾਉਣਾ ਚਾਹੀਦਾ ਵੀ ਮੈਂ ਇਹਦੇ ਉੱਤੇ ਪੂਰਾ ਧਿਆਨ ਆਪਣਾ ਕੇਂਦਰਿਤ ਕਰਾਂ ਤੇ ਤਦ ਹੀ ਮੈਂ ਇਹ ਸਫਲ ਹੋ ਸਕਦਾ ਵਾ, ਨਾ ਕਿ ਰੁਪਈਏ ਮੈਨੂੰ ਕਿੱਦਾਂ ਆਉਂਦੇ ਆ ਕਿੱਦਾਂ। ਇਹ ਬਹੁਤ ਵੱਡਾ ਤਿਆਗ ਰੱਖਣਾ ਪਊਗਾ ਔਰ ਉਸਤਾਦਾਂ ਦੀ ਮਾਰ ਖਾਣੀ ਪਊਗੀ। ਉਸਤਾਦ ਕੀ ਕਹਿ ਰਹੇ ਆ, ਆਪਣੇ ਤੋਂ ਵਧੀਆ ਬੰਦੇ ਦੇ ਨਾਲ ਬਹਿ ਕੇ ਉਹਦੀ ਗੱਲ ਸਿੱਖਣੀ ਪਊਗੀ। ਚਾਰ ਆਚਾਰ ਆਹਾਰ ਸਭ ਕੁਝ ਉਹਨੂੰ ਉਹਦੇ ਉੱਤੇ ਆਊਗਾ। ਆਹਾਰ ਵੀ ਖਾਣਾ ਤੂੰ ਕੀ ਆ, ਤੁਰਨਾ ਤੂੰ ਕਿੱਦਾਂ ਵਾ, ਤੂੰ ਇਕੱਲਾ ਇਹ ਨਹੀਂ ਵੀ ਜ਼ਿਆਦਾ ਉੱਚੀ ਬੋਲ ਲਿਆ ਤੇ ਨਹੀਂ, ਹੈ ਨਾ, ਤੇਰੀ ਰਹਿਣੀ ਬਹਿਣੀ ਕਿੱਦਾਂ ਦੀ ਹੋਣੀ ਚਾਹੀਦੀ ਆ, ਹੈ ਨਾ। ਆਵਾਜ਼ ਤਾਂ ਬਾਅਦ ਚ ਆਉਣੀ ਆ, ਪਹਿਲਾਂ ਤਾਂ ਸਭ ਕੁਝ ਇਹੀ ਹੋਣਾ। ਤੋ ਮੈਂ ਇਹ ਬੇਨਤੀ ਉਹਨਾਂ ਨੂੰ ਵੀਰਾਂ ਨੂੰ ਕਰੂੰਗਾ, ਸਾਡੇ ਬੱਚੇ ਜਿਹੜੇ ਨਵੇਂ ਆ ਰਹੇ ਆ, ਵੀਰ ਸਾਡੇ ਆ ਰਹੇ ਆ, ਮਿਹਨਤ ਕਰੋ, ਮਸ਼ੱਕਤ ਪੂਰੀ ਤਰ੍ਹਾਂ ਦਿਲ ਲਾ ਕੇ ਕਰੋ ਔਰ ਜਿੰਨੇ ਤੁਹਾਡੇ ਤੋਂ ਉੱਪਰ ਕਵੀਸ਼ਰ ਹੈ ਉਹਨਾਂ ਦਾ ਬਹੁਤ ਦਿਲੋਂ ਰੱਜ ਕੇ ਸਤਿਕਾਰ ਕਰੋ ਤਾਂ ਕਿ ਉਹ ਕਿਤੇ ਕਿਣਕਾ ਤੁਹਾਨੂੰ ਦੇ ਦੇਣ। ਸਖਤ ਮਿਹਨਤ ਦੀ ਜ਼ਰੂਰਤ ਹੈ ਜੀ, ਗਿਆਨੀ ਜੀ ਦੇ ਕਹਿਣ ਮੁਤਾਬਕ। ਸੋ ਸਾਧ ਸੰਗਤ ਜੀ, ਇਹ ਸਨ ਮੇਰੇ ਨਾਲ ਪ੍ਰਸਿੱਧ ਕਵੀਸ਼ਰ ਭਾਈ ਗੁਰਦਿਆਲ ਸਿੰਘ ਜੀ ਢਿਲਵਾਂ, ਜਿਹੜੇ ਬਹੁਤ ਹੀ ਖੂਬਸੂਰਤ ਕਵੀਸ਼ਰੀ ਦੇ ਨਾਲ ਨਾਲ ਬਹੁਤ ਹੀ ਖੂਬਸੂਰਤ ਖਿਆਲ ਵੀ ਰੱਖਦੇ ਨੇ, ਬਹੁਤ ਹੀ ਵਿਦਵਾਨ ਨੇ ਔਰ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਹੁਤ ਵਿਦਵਤਾ ਭਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਇੱਕ ਮੇਰੀ ਬੇਨਤੀ ਥੋੜੀ ਜੀ ਆ, ਜੀ ਤੁਸੀਂ ਵਿਦਵਾਨ ਸ਼ਬਦ ਵਰਤਦੇ ਹੋ, ਜਦੋਂ ਨਾ ਕਿਤੇ ਵਿਦਵਾਨਾਂ ਵਿੱਚ ਜਾਈਦਾ ਤੇ ਬਹੁਤ ਬੌਣੇ ਹੋ ਜੀਦਾ। ਜੀ 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 ਵਿਦਵਾਨਾਂ ਦੇ ਵਿੱਚ ਜਦੋਂ ਜਾਈਦਾ ਤੇ ਇਦਾਂ ਫਿਰ ਆਪਣੇ ਜਦੋਂ ਕੋਈ ਸਾਨੂੰ ਕਹਿੰਦਾ ਨਾ ਕੋਈ ਵਿਦਵਾਨ, ਤੇ ਆਪਣੇ ਆਪ ਨੂੰ ਸ਼ਰਮ ਆਉਂਦੀ ਆ ਵੀ ਅਸੀਂ ਤੇ ਤੁਰੇ ਹੀ ਨਹੀਂ ਅਜੇ। ਸੋ ਇਹ ਤੇ ਇਹਨਾਂ ਦੀ ਨਿਮਰਤਾ ਜੀ ਔਰ ਇਹਨਾਂ ਨਾਲ ਗੱਲਬਾਤ ਕਰਕੇ ਸਾਨੂੰ ਤੇ ਬਹੁਤ ਵਧੀਆ ਲੱਗਾ ਜੀ। ਔਰ ਮੈਂ ਉਮੀਦ ਕਰਦਾ ਕਿ ਸਾਰੀ ਸਾਧ ਸੰਗਤ ਨੂੰ ਵੀ ਬਹੁਤ ਇਹਨਾਂ ਦੀਆਂ ਗੱਲਾਂ ਸੁਣ ਕੇ ਆਨੰਦ ਆਇਆ ਹੋਵੇਗਾ। ਸੋ ਭਾਈ ਸਾਹਿਬ, ਤੁਸੀਂ ਆਪਣੇ ਕੀਮਤੀ ਟਾਈਮ ਕੱਢ ਕੇ ਸਾਡੇ ਪ੍ਰੋਗਰਾਮ ਹੀਰੇ ਕੌਮ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਭਾਜੀ ਹੈਪੀ ਦੇਵ ਜੀ, ਤੁਹਾਡੀ ਸਮੁੱਚੀ ਟੀਮ, ਮੈਂ ਜਿੰਨੇ ਤੁਸੀਂ ਕਦਮ ਚੱਲ ਗਏ ਮੇਰੇ ਸਿਰ ਮੱਥੇ ਤੇ ਆ, ਮੈਨੂੰ ਅੱਜ ਬੜੀ ਹੀ ਪ੍ਰਸੰਨਤਾ ਹੋਈ ਆ ਵੀ ਸੱਜਣ ਮਿੱਤਰ ਜਿਹੜੇ ਆ ਜੀ, ਇਹ ਕਿਤੇ ਲੱਭਦੇ ਥੋੜ੍ਹਾ ਆ, ਇਹ ਤਾਂ ਕਿਤੇ ਗੁਰੂ ਕਿਰਪਾ ਕਰੇ ਤੇ ਫਿਰ ਕਿਤੇ ਵੇਖੋ, ਮੈਂ ਤਾਂ ਇੱਦਾਂ ਕਹਿੰਦਾ ਵੀ ਜਿੱਦਾਂ ਦਰਿਆ ਪਿਆਸੇ ਦੇ ਕੋਲ ਚੱਲ ਕੇ ਆ ਗਿਆ ਜੀ ਜੀ ਨਾ, ਜਿੱਦਾਂ ਕਿਤੇ ਕਿਸੇ ਰੋਗੀ ਦੇ ਕੋਲ ਕੋਈ ਡਾਕਟਰ ਚੱਲ ਕੇ ਆ ਜਾਵੇ ਨਾ, ਤੁਹਾਡੇ ਰਾਹ ਲੋਕੀ ਲੱਭਦੇ ਫਿਰਦੇ ਆ, ਤੁਸੀਂ ਸਾਡੇ ਕੋਲ ਚੱਲ ਕੇ ਆਏ। ਮੈਂ ਬਹੁਤ ਬਹੁਤ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਔਰ ਤੁਹਾਨੂੰ ਜੀ ਆਇਆਂ ਕਹਿਣਾ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।